ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 11ਵੀਂ ਦੇ ਪਾਰਟ 1 ਤੋਂ ਪਾਰਟ 3 ਤੱਕ ਦੀ ਅਭਿਆਸ ਦੀ ਦੁਹਾਈ ਲੈ ਕੇ ਹਾਜ਼ਰ ਹੋਏ ਹਾਂ। ਆਓ ਅਸੀਂ ਹੁਣ ਇਸ ਪਾਰਟ ਦੀ ਦੁਹਾਈ ਸ਼ੁਰੂ ਕਰਦੇ ਹਾਂ। ਹੁਣ ਅਸੀਂ ਪਾਰਟ ਨੰਬਰ 1 HTML ਅਤੇ CSS ਨਾਲ ਵੈਬ ਡਿਜ਼ਾਈਨ ਪਾਰਟ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਇਸ ਵਿੱਚ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਵੈਬਸਾਈਟ ਕਲੀਅਰ ਅਤੇ ਫਰੈਸ਼ ਬਣਾਉਣ ਲਈ ਡੈਸ਼ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਕੋਲ ਇਸ ਦਾ ਉੱਤਰ ਹੈ ਵੈਬਸਾਈਟ ਕਲੀਅਰ ਅਤੇ ਫਰੈਸ਼ ਬਣਾਉਣ ਲਈ ਡਿਜ਼ਾਈਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਕੋਲ ਅੱਗੇ ਦੂਸਰੀ ਖਾਲੀ ਥਾਂ ਹੈ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਆਮ ਯੂਜ਼ਰ ਡੈਸ਼ ਪੈਟਰਨ ਵਿੱਚ ਵੈਬ ਪੇਜਾਂ ਜਾਂ ਕੰਪਿਊਟਰ ਸਕਰੀਨ ਨੂੰ ਸਕੈਨ ਕਰਦੇ ਹਨ। ਸਾਡੇ ਕੋਲ ਦਾ ਸਹੀ ਉੱਤਰ ਹੈ ਇਹ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਇੱਕ ਆਮ ਯੂਜ਼ਰ ਐਫ ਪੈਟਰਨ ਵਿੱਚ ਵੈਬ ਪੇਜਾਂ ਜਾਂ ਕੰਪਿਊਟਰ ਸਕਰੀਨ ਨੂੰ ਸਕੈਨ ਕਰਦੇ ਹਨ। ਤੀਸਰੀ ਖਾਲੀ ਥਾਂ ਹੈ HTML ਦੀ ਵਰਤੋਂ ਟੈਕਸਟ ਇਮੇਜਿਸ ਅਤੇ ਹੋਰ ਵੈਬ ਪੇਜਾਂ ਦੇ ਡੈਸ਼ ਨੂੰ ਵੈਬ ਪੇਜਾਂ 'ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ HTML ਦੀ ਵਰਤੋਂ ਟੈਕਸਟ ਇਮੇਜਿਸ ਅਤੇ ਹੋਰ ਵੈਬ ਪੇਜਾਂ ਦੇ ਐਲੀਮੈਂਟ ਜਾਂ ਤੱਤਾਂ ਨੂੰ ਵੈਬ ਪੇਜਾਂ 'ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਡੈਸ਼ ਦੀ ਵਰਤੋਂ ਨਾਲ ਵੈਬਸਾਈਟ ਅਤੇ ਵੈਬ ਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕਾਸਕੇਡਿੰਗ ਸਟਾਈਲ ਸ਼ੀਟ ਦੀ ਵਰਤੋਂ ਨਾਲ ਵੈਬਸਾਈਟ ਅਤੇ ਵੈਬ ਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਪੰਜਵੀਂ ਖਾਲੀ ਥਾਂ ਹੈ ਡੈਸ਼ HTML ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਜੋ ਸਾਡੇ ਕੋਲ ਦਾ ਸਹੀ ਉੱਤਰ ਹੈ ਸਿਲੈਕਟਰ HTML ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ W3C ਸ਼ਬਦ ਦਾ ਸੰਖੇਪ ਰੂਪ ਕੀ ਹੈ। W3C ਦਾ ਸ਼ਬਦ ਦਾ ਸੰਖੇਪ ਰੂਪ ਹੈ ਵਰਲਡ ਵਾਈਡ ਵੈਬ ਕੰਸੋਰਟੀਅਮ। ਦੂਸਰਾ ਹੈ CSS ਸ਼ਬਦ ਦਾ ਸੰਖੇਪ ਰੂਪ ਕੀ ਹੈ। CSS ਦਾ ਸੰਖੇਪ ਰੂਪ ਹੈ ਕਾਸਕੇਡਿੰਗ ਸਟਾਈਲ ਸ਼ੀਟ। ਉਸ ਤੋਂ ਬਾਅਦ ਤੀਸਰਾ ਹੈ ਐਕਸਟਰਨਲ CSS ਫਾਈਲ ਦੀ ਐਕਸਟੈਂਸ਼ਨ ਕੀ ਹੈ। ਇੱਕ ਐਕਸਟਰਨਲ CSS ਫਾਈਲ ਦੀ ਐਕਸਟੈਂਸ਼ਨ .css ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਕਿਸ ਟੈਗ ਵਿੱਚ ਇੰਟਰਨਲ CSS ਨੂੰ HTML ਵੈਬ ਪੇਜ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਲਿੰਕ ਟੈਗ ਵਿੱਚ ਇੰਟਰਨਲ CSS ਨੂੰ HTML ਵੈਬ ਪੇਜ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ WYSI ਦਾ ਪੂਰਾ ਨਾਮ ਲਿਖੋ। WSI ਦਾ ਪੂਰਾ ਨਾਮ ਹੈ what you see is what you get। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ HTML ਡਾਕੂਮੈਂਟ ਦੀ ਬਣਤਰ ਲਿਖੋ। ਹਰੇਕ HTML ਡਾਕੂਮੈਂਟ HTML ਟੈਗ ਨਾਲ ਸ਼ੁਰੂ ਅਤੇ HTML ਟੈਗ ਦੇ ਅੱਗੇ / ਟੈਗ ਨਾਲ ਖਤਮ ਹੁੰਦਾ ਹੈ। ਇੱਕ HTML ਡਾਕੂਮੈਂਟ ਦੇ ਦੋ ਮੁੱਖ ਭਾਗ ਹੁੰਦੇ ਹਨ, ਪਹਿਲਾ ਹੈ ਹੈਡ ਭਾਗ ਅਤੇ ਦੂਸਰਾ ਹੈ ਬੋਡੀ ਭਾਗ। ਪਹਿਲਾਂ ਅਸੀਂ ਹੈਡ ਟੈਗ ਬਾਰੇ ਗੱਲ ਕਰਾਂਗੇ। ਹੈਡ ਭਾਗ, ਇਹ ਭਾਗ ਹੈਡ ਟੈਗ ਨਾਲ ਸ਼ੁਰੂ ਅਤੇ ਹੈਡ ਟੈਗ ਨਾਲ ਹੀ ਖਤਮ ਹੁੰਦਾ ਹੈ ਕਿਉਂਕਿ ਇਹ ਕੰਟੇਨਰ ਟੈਗ ਹੈ। ਹੈਡ ਟੈਗ ਵਿੱਚ ਟਾਈਟਲ ਹੁੰਦਾ ਹੈ ਜੋ ਕਿ ਡਾਕੂਮੈਂਟ ਦੇ ਸਿਰਲੇਖ ਦੀ ਪਛਾਣ ਕਰਦਾ ਹੈ। ਦੂਸਰਾ ਸਾਡੇ ਕੋਲ ਹੈ ਬੋਡੀ ਟੈਗ ਜਾਂ ਬੋਡੀ ਭਾਗ। ਬੋਡੀ ਭਾਗ ਵਿੱਚ ਅਸਲ ਜਾਣਕਾਰੀ ਹੁੰਦੀ ਹੈ ਜੋ ਅਸੀਂ ਵੈਬ ਪੇਜ 'ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ। ਇਹ ਭਾਗ ਬੋਡੀ ਟੈਗ ਨਾਲ ਸ਼ੁਰੂ ਅਤੇ ਬੋਡੀ ਟੈਗ ਨਾਲ ਹੀ ਖਤਮ ਹੁੰਦਾ ਹੈ। ਦੂਸਰਾ ਪ੍ਰਸ਼ਨ ਹੈ ਵੈਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ ਪੜਾਅ ਜਾਂ ਸਟੈਪਸ ਕੀ ਹਨ। ਵੈਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ ਸਾਡੇ ਕੋਲ ਮੁੱਖ 6 ਪੜਾਅ ਹਨ, ਜਿਸ ਵਿੱਚ ਪਹਿਲਾ ਹੈ ਜਾਣਕਾਰੀ ਇਕੱਠੀ ਕਰਨਾ, ਦੂਸਰਾ ਯੋਜਨਾਬੰਦੀ ਤਿਆਰ ਕਰਨਾ, ਤੀਸਰਾ ਡਿਜ਼ਾਈਨ ਬਣਾਉਣਾ, ਚੌਥਾ ਵਿਕਾਸ, ਪੰਜਵਾਂ ਟੈਸਟਿੰਗ ਅਤੇ ਡਿਲੀਵਰੀ, ਅਤੇ ਲਾਸਟ ਹੈ ਸਾਡੇ ਕੋਲ ਰੱਖ ਰਖਾਅ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਸਾਡੇ ਕੋਲ ਵੈਬ ਵਿੱਚ HTML ਦੀ ਭੂਮਿਕਾ ਕੀ ਹੁੰਦੀ ਹੈ। HTML ਵੈਬਸਾਈਟ ਨੂੰ ਡਿਜ਼ਾਈਨ ਕਰਨ ਵਾਲੀ ਭਾਸ਼ਾ ਹੈ। ਇਸ ਦੀ ਵਰਤੋਂ ਨਾਲ ਸਟੈਟਿਕ ਵੈਬ ਪੇਜਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਇਹ HTML ਕੋਡ ਵੈਬ ਬਰਾਊਜ਼ਰ ਵੱਲੋਂ ਸਮਝਿਆ ਜਾਂਦਾ ਹੈ ਅਤੇ ਇਸ ਨੂੰ ਵੇਖਣ ਯੋਗ ਬਣਾ ਕੇ ਪ੍ਰਦਰਸ਼ਿਤ ਕਰਦਾ ਹੈ। HTML ਦੀ ਵਰਤੋਂ ਰਾਹੀਂ ਅਸੀਂ ਟੈਕਸਟ ਇਮੇਜਿਸ ਅਤੇ ਹੋਰ ਵੈਬ ਪੇਜ ਐਲੀਮੈਂਟ ਨੂੰ ਇੱਕ ਵੈਬ ਪੇਜ ਵਿੱਚ ਵਿਵਸਥਿਤ ਕਰਨ ਲਈ
ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ HTML ਦੀ ਵੈਬ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ ਇਸ ਤੋਂ ਬਿਨਾਂ ਵੈਬ ਸੰਭਵ ਹੀ ਨਹੀਂ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, CSS ਕਿਸ ਲਈ ਵਰਤੀ ਜਾਂਦੀ ਹੈ? ਤਾਂ CSS ਦਾ ਪੂਰਾ ਨਾਮ ਕਾਸਕੇਡਿੰਗ ਸਟਾਈਲ ਸ਼ੀਟ ਹੈ। ਇਸ ਦੀ ਵਰਤੋਂ ਕਰਕੇ ਵੈਬ ਪੇਜ ਦੇ ਡਿਜ਼ਾਈਨ ਨੂੰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। CSS ਦੀ ਵਰਤੋਂ HTML ਨਾਲ ਵੈਬਸਾਈਟ ਬਣਾਉਣ ਲਈ ਕੀਤੀ ਜਾਂਦੀ ਹੈ। CSS ਇਹ ਨਿਰਧਾਰਿਤ ਕਰਦਾ ਹੈ ਕਿ HTML ਐਲੀਮੈਂਟ ਵੈਬ ਪੇਜ ਵਿੱਚ ਕਿਵੇਂ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ। CSS ਦੀ ਵਰਤੋਂ ਨਾਲ ਕਿਸੇ ਵੈਬ ਪੇਜ ਦੀ ਦਿੱਖ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਵਿੱਚ ਪਹਿਲਾ ਪ੍ਰਸ਼ਨ ਹੈ, ਇੱਕ ਚੰਗੇ ਵੈਬ ਡਿਜ਼ਾਈਨ ਦੇ ਸਿਧਾਂਤਾਂ ਦੀ ਵਿਆਖਿਆ ਕਰੋ। ਸੋ ਇੱਕ ਚੰਗੇ ਵੈਬਸਾਈਟ ਡਿਜ਼ਾਈਨ ਲਈ ਸਾਡੇ ਕੋਲ 8 ਮਹੱਤਵਪੂਰਨ ਸਿਧਾਂਤ ਹੈ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਸਾਦਗੀ। ਸੋ ਵੈਬਸਾਈਟ ਲਈ ਇੱਕ ਸਪਸ਼ਟ ਅਤੇ ਤਾਜ਼ਾ ਡਿਜ਼ਾਈਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਹ ਵੈਬਸਾਈਟ ਦੇ ਲੋਡ ਹੋਣ ਦੇ ਸਮੇਂ ਨੂੰ ਘਟਾਉਂਦਾ ਅਤੇ ਭਵਿੱਖ ਵਿੱਚ ਵੈਬਸਾਈਟ ਨੂੰ ਅਪਡੇਟ ਕਰਨ, ਐਡਿਟ ਕਰਨ ਨੂੰ ਸੌਖਾ ਬਣਾਉਂਦਾ ਹੈ। ਦੂਸਰਾ ਇਸ ਦਾ ਮਹੱਤਵਪੂਰਨ ਸਿਧਾਂਤ ਹੈ ਇਕਸਾਰਤਾ। ਸੋ ਵੈਬਸਾਈਟ ਵਿੱਚ ਹਰੇਕ ਵੈਬ ਪੇਜ ਦਾ ਡਿਜ਼ਾਈਨ ਇਕਸਾਰ ਜਾਂ ਇੱਕੋ ਜਿਹਾ ਹੋਣਾ ਚਾਹੀਦਾ ਹੈ ਅਤੇ ਸਾਰੇ ਵੈਬ ਪੇਜਾਂ ਦੇ ਬਟਨ, ਰੰਗ ਅਤੇ ਨੈਵੀਗੇਸ਼ਨ ਦਾ ਡਿਜ਼ਾਈਨ ਇੱਕੋ ਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਵਰਤਣ ਅਤੇ ਸਮਝਣ ਵਿੱਚ ਆਸਾਨੀ ਜਾਂ ਸੌਖ ਹੋਵੇ। ਤੀਸਰਾ ਇਸ ਦਾ ਸਿਧਾਂਤ ਹੈ ਟਾਈਪੋਗ੍ਰਾਫੀ ਅਤੇ ਉਪਯੋਗਤਾ ਟੈਕਸਟ। ਸੋ ਵੈਬਸਾਈਟ ਦਾ ਟੈਕਸਟ ਸਪਸ਼ਟ ਅਤੇ ਪੜ੍ਹਨਯੋਗ ਹੋਣਾ ਚਾਹੀਦਾ ਹੈ ਤਾਂ ਜੋ ਸਰਚ ਇੰਜਨ ਵੈਬ ਪੇਜਾਂ ਦੀ ਇੰਡੈਕਸਿੰਗ ਕਰ ਸਕੇ। ਚੌਥਾ ਪੁਆਇੰਟ ਹੈ ਬਹੁਪੱਖੀ ਡਿਜ਼ਾਈਨ। ਸੋ ਵੈਬ ਡਿਜ਼ਾਈਨ ਅਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਕੰਟੈਂਟ ਨੂੰ ਸਹੀ ਤਰ੍ਹਾਂ ਨਾਲ ਸਮਾਰਟਫੋਨ, ਟੈਬਲੇਟ ਅਤੇ ਵੱਖ-ਵੱਖ ਸਕਰੀਨ 'ਤੇ ਪ੍ਰਦਰਸ਼ਿਤ ਅਤੇ ਵਰਤਿਆ ਜਾ ਸਕੇ। ਪੰਜਵਾਂ ਸਿਧਾਂਤ ਹੈ ਇਮੇਜਿਸ, ਵੀਡੀਓ ਅਤੇ ਆਡੀਓ। ਆਮ ਤੌਰ 'ਤੇ ਲੋਕ ਟੈਕਸਟ ਨੂੰ ਘੱਟ ਪੜ੍ਹਨਾ ਪਸੰਦ ਕਰਦੇ ਹਨ ਅਤੇ ਆਡੀਓ ਵੀਡੀਓ ਨੂੰ ਸੁਣਨਾ ਅਤੇ ਵੇਖਣਾ ਵੱਧ ਪਸੰਦ ਕਰਦੇ ਹਨ। ਇਸ ਕਰਕੇ ਵੈਬ ਪੇਜ ਦਾ ਸਾਈਜ਼ ਭਾਰਾ ਨਾ ਹੋ ਜਾਵੇ ਅਤੇ ਵੈਬ ਪੇਜ ਨੂੰ ਲੋਡ ਵਿੱਚ ਜ਼ਿਆਦਾ ਸਮਾਂ ਵੀ ਨਾ ਲੱਗੇ, ਇਸ ਗੱਲ ਦਾ ਵੀ ਸਾਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸੋ ਛੇਵਾਂ ਸਿਧਾਂਤ ਹੈ ਸੰਚਾਰ ਅਤੇ ਪਤਾ। ਤੁਹਾਡੀ ਵੈਬਸਾਈਟ ਵਿੱਚ ਵਿਸ਼ੇਸ਼ ਜਾਣਕਾਰੀ ਵਾਲੇ ਵੈਬ ਪੇਜ ਦਾ URL ਸੌਖਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਯਾਦ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਵੈਬਸਾਈਟ ਵਿੱਚ ਨਵੀਂ ਜਾਣਕਾਰੀ ਸੂਚਨਾ ਵੀ ਯੂਜ਼ਰ ਤੱਕ ਪਹੁੰਚਾਉਣ ਦੀ ਸੁਵਿਧਾ ਹੋਣੀ ਚਾਹੀਦੀ ਹੈ। ਸੱਤਵਾਂ ਪੁਆਇੰਟ ਹੈ ਸੋਸ਼ਲ ਸ਼ੇਅਰਿੰਗ ਫੀਚਰ। ਤੁਹਾਡੀ ਵੈਬਸਾਈਟ ਦੇ ਹਰ ਭਾਗ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਕਿ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਨੂੰ ਦਿਲਚਸਪੀ ਲੈਣ ਵਾਲੇ ਯੂਜ਼ਰ ਆਸਾਨੀ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰ ਸਕਣ। ਦੂਸਰਾ ਪ੍ਰਸ਼ਨ ਹੈ ਵੈਬ ਡਿਜ਼ਾਈਨ ਲਈ CSS ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਸੋ ਵੈਬ ਡਿਜ਼ਾਈਨ ਲਈ CSS ਦੀ ਵਰਤੋਂ ਅਸੀਂ 3 ਤਰੀਕਿਆਂ ਨਾਲ ਕਰ ਸਕਦੇ ਹਾਂ, ਜਿਸ ਵਿੱਚ ਪਹਿਲਾ ਹੈ ਇਨਲਾਈਨ ਸਟਾਈਲ। ਸੋ ਇਹ HTML ਦੇ ਬੋਡੀ ਸੈਕਸ਼ਨ ਵਿੱਚ ਟੈਗ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ P ਤੋਂ ਬਾਅਦ ਸਪੇਸ ਦੇ ਕੇ ਅਸੀਂ ਸਟਾਈਲ ਦਾਂਗੇ। ਸਟਾਈਲ ਪ੍ਰਭਾਸ਼ਿਤ ਕਰ ਰਿਹਾ ਹੈ ਕਿ ਜੋ ਇਸ ਦਾ ਕਲਰ ਹੋਏਗਾ ਉਹ ਰੈੱਡ ਹੋਏਗਾ, ਬਾਰਡਰ 2 ਪਿਕਸਲ ਤੱਕ ਸੋਲਿਡ ਹੋਏਗਾ। ਉਸ ਤੋਂ ਬਾਅਦ ਅਸੀਂ ਲਾਈਨ ਲਿਖੀ ਹੈ ਦਿਸ ਇਜ਼ ਐਨ ਇਨਲਾਈਨ CSS ਐਗਜ਼ਾਮਪਲ। ਸੋ ਇਹ ਕੀ ਕਰੇਗਾ, ਇਸ ਲਾਈਨ ਦੇ ਆਲੇ ਦੁਆਲੇ ਇੱਕ ਬਾਰਡਰ ਲਗਾ ਦੇਗਾ। ਦੂਸਰਾ ਹੈ ਇਨਲਾਈਨ ਸਟਾਈਲ ਸ਼ੀਟ। ਇਹ ਪੂਰੇ ਵੈਬ ਪੇਜ ਲਈ ਵਰਤੀ ਜਾਂਦੀ ਹੈ ਅਤੇ ਇਸ ਦਾ ਕੋਡ ਹੈਡ ਟੈਗ ਵਿੱਚ ਲਿਖਿਆ ਜਾਂਦਾ ਹੈ। ਸੋ ਇਸ ਦੀ ਸਾਡੇ ਕੋਲ ਉਦਾਹਰਨ ਹੈ, ਪਹਿਲਾਂ ਹੈਡ ਟੈਗ ਤੋਂ ਬਾਅਦ ਸਟਾਈਲ ਦੇ ਵਿੱਚ ਅਸੀਂ ਇਸ ਕੋਡ ਨੂੰ ਪਰਿਭਾਸ਼ਿਤ ਕਰ ਦਿੱਤਾ ਹੈ, ਜਿਵੇਂ P ਲੈਫਟ ਬ੍ਰੇਸ ਕਲਰ ਕੋਲਨ ਰੈੱਡ, ਬਾਰਡਰ ਇਸ ਦਾ ਹੈ 2 ਪਿਕਸਲ ਤੱਕ ਸੋਲਿਡ। ਲਾਸਟ 'ਚ ਅਸੀਂ ਸਟਾਈਲ ਨੂੰ ਬੰਦ ਕਰ ਦਿੱਤਾ, ਉਸ ਤੋਂ ਬਾਅਦ ਹੈਡ ਟੈਗ ਨੂੰ ਬੰਦ ਕਰ ਦਿੱਤਾ ਹੈ। ਤੀਸਰਾ ਪੁਆਇੰਟ ਹੈ ਐਕਸਟਰਨਲ ਸਟਾਈਲ ਸ਼ੀਟ। ਇਸ ਦੀ ਵਰਤੋਂ ਵੱਖਰੀ ਫਾਈਲ ਬਣਾ ਕੇ ਕੀਤੀ ਜਾਂਦੀ ਹੈ ਅਤੇ ਸਾਰੀ ਕੋਡਿੰਗ ਇਸ ਵੱਖਰੀ ਫਾਈਲ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਫਾਈਲ ਦੀ ਐਕਸਟੈਂਸ਼ਨ .css ਹੁੰਦੀ ਹੈ। ਇਸ ਫਾਈਲ ਨੂੰ ਵੱਖ-ਵੱਖ ਵੈਬ ਪੇਜ ਨਾਲ ਲਿੰਕ ਕਰਕੇ ਵਰਤਿਆ ਜਾ ਸਕਦਾ ਹੈ। ਜਦੋਂ ਇਸ ਫਾਈਲ ਵਿੱਚ ਕੋਈ ਵੀ ਤਬਦੀਲੀ ਜਾਂ ਬਦਲਾਅ ਕੀਤਾ ਜਾਂਦਾ ਹੈ ਤਾਂ ਸਾਰੇ ਲਿੰਕ ਕੀਤੇ ਵੈਬ ਪੇਜਾਂ 'ਤੇ ਇਹ ਬਦਲਾਅ ਲਾਗੂ ਹੁੰਦਾ ਹੈ। ਉਦਾਹਰਨ ਲਈ ਹੈਡ ਟੈਗ ਤੋਂ ਬਾਅਦ ਲੈਫਟ ਐਂਗਲ ਬ੍ਰੈਕਟ ਲਿੰਕ ਤੋਂ ਬਾਅਦ rel ਟੈਗ ਬਰਾਬਰ ਸਟਾਈਲ ਸ਼ੀਟ ਟਾਈਪ ਟੈਕਸਟ ਜਾਂ CSS ਹਾਈਪਰ ਰੈਫਰੈਂਸ। ਅਸੀਂ ਉਸ ਫਾਈਲ ਦਾ ਨਾਮ ਮੈਂਸ਼ਨ ਕਰਾਂਗੇ ਜਿਸ ਫਾਈਲ ਨੂੰ ਅਸੀਂ ਆਪਣੀ HTML ਫਾਈਲ ਦੇ ਵਿੱਚ ਲਗਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਹੈਡ ਟੈਗ ਨੂੰ ਬੰਦ ਕਰ ਦਾਂਗੇ। ਉਸ ਤੋਂ ਬਾਅਦ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ CSS ਦੇ ਕੀ ਫਾਇਦੇ ਹਨ? CSS ਦੇ ਸਾਡੇ ਕੋਲ ਮੁੱਖ ਫਾਇਦਿਆਂ ਵਿੱਚ ਪਹਿਲਾ ਹੈ ਸਮੇਂ ਦੀ ਬਚਤ।
CSS ਕੋਡ ਨੂੰ ਵਾਰ-ਵਾਰ ਲੋੜ ਅਨੁਸਾਰ ਵਰਤਿਆ ਜਾ ਸਕਦਾ ਹੈ ਅਤੇ ਇਸ ਸ਼ੀਟ ਨੂੰ ਕਈ HTML ਪੰਨਿਆਂ ਵਿੱਚ ਵਾਰ-ਵਾਰ ਵਰਤਿਆ ਜਾ ਸਕਦਾ ਹੈ। ਦੂਸਰਾ ਹੈ ਤੇਜ਼ੀ ਨਾਲ ਵੈਬ ਪੇਜ ਲੋਡ ਹੋਣਾ। ਸੋ CSS ਨੂੰ HTML ਵਿੱਚ ਫਾਰਮੈਟਿੰਗ ਕਰਨ ਲਈ ਘੱਟ ਕੋਡ ਦੀ ਲੋੜ ਹੁੰਦੀ ਹੈ। ਇਸ ਨਾਲ ਵੈਬ ਪੇਜ ਦਾ ਆਕਾਰ ਵੀ ਘਟਦਾ ਹੈ ਅਤੇ ਵੈਬ ਪੇਜ ਵੀ ਹਲਕਾ ਹੁੰਦਾ ਹੈ। ਤੀਸਰਾ ਪੁਆਇੰਟ ਹੈ ਆਸਾਨ ਰੱਖ ਰਖਾਅ। CSS ਦੀ ਕੋਡਿੰਗ ਕਰਕੇ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਪੂਰੇ ਵੈਬ ਪੇਜ ਜਾਂ ਵੈਬਸਾਈਟ ਦੇ ਭਾਗਾਂ 'ਤੇ ਲਾਗੂ ਕੀਤੀ ਜਾ ਸਕਦੀਆਂ ਹਨ, ਜਿਸ ਨਾਲ ਗਲਤੀਆਂ ਹੋਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ। ਅੱਗੇ ਸਾਡੇ ਕੋਲ ਇਸਦਾ ਚੌਥਾ ਪੁਆਇੰਟ ਹੈ ਵਧੇਰੇ ਸ਼ਕਤੀਸ਼ਾਲੀ। ਸੋ ਵੈਬ ਪੇਜ ਨੂੰ CSS ਦੀ ਵਰਤੋਂ ਨਾਲ ਅਤੇ ਇਸ ਵਿੱਚ HTML ਨਾਲੋਂ ਜ਼ਿਆਦਾ ਪ੍ਰਾਪਰਟੀ ਹੋਣ ਕਰਕੇ ਵਧੇਰੇ ਬਿਹਤਰ ਅਤੇ ਆਸਾਨ ਤਰੀਕੇ ਨਾਲ ਵਰਤਿਆ ਜਾਂ ਤਿਆਰ ਕੀਤਾ ਜਾ ਸਕਦਾ ਹੈ। ਪੰਜਵਾਂ ਹੈ ਮਲਟੀਪਲ ਡਿਵਾਈਸ ਸਪੋਰਟ। ਸੋ CSS ਦੀ ਵਰਤੋਂ ਵੱਖ-ਵੱਖ ਸਕਰੀਨ ਸਾਈਜ਼ ਡਿਵਾਈਸਿਸ 'ਤੇ ਵੈਬ ਪੇਜਾਂ ਨੂੰ ਸਹੀ ਢੰਗ ਨਾਲ ਦਿਖਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਵਰਤੋਂ ਨਾਲ ਵੱਖੋ ਵੱਖਰੇ ਡਿਵਾਈਸ ਲਈ ਵੈਬਸਾਈਟ ਦੇ ਵੱਖ-ਵੱਖ ਵਰਜ਼ਨ ਬਣਾਏ ਜਾ ਸਕਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ CSS ਬਾਕਸ ਮਾਡਲ ਦੀ ਵਿਆਖਿਆ ਕਰੋ। CSS ਬਾਕਸ ਮਾਡਲ ਦੀ ਵਰਤੋਂ ਵੈਬ ਪੇਜਾਂ ਦੇ ਡਿਜ਼ਾਈਨ ਅਤੇ ਲੇਆਊਟ ਦੇ ਸੰਬੰਧ ਵਿੱਚ ਕੀਤੀ ਜਾਂਦੀ ਹੈ। HTML ਦਾ ਹਰੇਕ ਐਲੀਮੈਂਟ ਇੱਕ ਤਰ੍ਹਾਂ ਨਾਲ ਇੱਕ ਬਾਕਸ ਹੁੰਦਾ ਹੈ। ਵੈਬ ਬਰਾਊਜ਼ਰ ਹਰੇਕ ਐਲੀਮੈਂਟ ਨੂੰ CSS ਬਾਕਸ ਮਾਡਲ ਦੇ ਅਨੁਸਾਰ ਇੱਕ ਆਇਤਾਕਾਰ ਬਾਕਸ ਜਾਂ ਰੈਕਟੈਂਗੂਲਰ ਬਾਕਸ ਵਾਂਗ ਪੇਸ਼ ਕਰਦਾ ਹੈ। ਸੋ ਬਾਕਸ ਮਾਡਲ ਵਿੱਚ ਕਈ ਐਟਰੀਬਿਊਟ ਹੁੰਦੇ ਹਨ, ਜਿਸ ਵਿੱਚ ਸ਼ਾਮਲ ਹਨ ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਦੇਖ ਪਾ ਰਹੇ ਹੋ, ਪਹਿਲਾ ਮਾਰਜਨ, ਦੂਸਰਾ ਬਾਰਡਰ, ਤੀਸਰਾ ਪੈਡਿੰਗ ਅਤੇ ਚੌਥਾ ਕੰਟੈਂਟ। ਹੁਣ ਇਹਨਾਂ ਬਾਰੇ ਅਸੀਂ ਇੱਕ ਇੱਕ ਕਰਕੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਹਾਸ਼ੀਆ ਜਾਂ ਮਾਰਜਨ। ਸੋ ਇਹ ਬਾਰਡਰ ਤੋਂ ਬਾਹਰਲੇ ਪਾਸੇ ਵਾਲੀ ਖਾਲੀ ਜਗ੍ਹਾ ਹੁੰਦੀ ਹੈ ਅਤੇ ਮਾਰਜਨ ਟਰਾਂਸਪੇਰੈਂਟ ਹੁੰਦਾ ਹੈ। ਦੂਸਰਾ ਹੈ ਬਾਰਡਰ। ਸੋ ਇਹ ਬਾਕਸ ਦੇ ਮਾਰਜਨ ਅਤੇ ਪੈਡਿੰਗ ਵਿਚਕਾਰ ਦੀ ਜਗ੍ਹਾ ਹੁੰਦੀ ਹੈ। ਤੀਸਰਾ ਹੈ ਪੈਡਿੰਗ। ਇਹ ਬਾਕਸ ਦੇ ਬਾਰਡਰ ਅਤੇ ਕੰਟੈਂਟ ਦੇ ਵਿਚਕਾਰ ਦੀ ਜਗ੍ਹਾ ਨੂੰ ਦਰਸਾਉਂਦਾ ਹੈ। ਚੌਥਾ ਹੈ ਕੰਟੈਂਟ। ਇਸ ਥਾਂ ਵਿੱਚ ਬਾਕਸ ਦੇ ਕੰਟੈਂਟ ਨੂੰ ਦਿਖਾਇਆ ਜਾਂਦਾ ਹੈ ਅਤੇ ਇਹ ਕੰਟੈਂਟ ਟੈਕਸਟ, ਤਸਵੀਰ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੀਡੀਆ ਹੈ ਉਹ ਹੋ ਸਕਦਾ ਹੈ। ਅੱਗੇ ਹੁਣ ਅਸੀਂ ਇੰਟਰਨੈਟ ਦੇ ਇਸਤੇਮਾਲ ਪਾਠ ਦਾ ਅਭਿਆਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁ ਪਸੰਦੀ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਅਸੀਂ ਇਸ ਤੇ ਨੌਕਰੀ ਲੱਭ ਸਕਦੇ ਹਾਂ। ਸਾਡੇ ਕੋਲ ਦੇ ਆਪਸ਼ਨ ਹੈ ਅਖਬਾਰ, ਇੰਟਰਨੈਟ, ਦੋਵੇਂ ਊੜਾ ਤੇ ਆੜਾ ਜਾਂ ਕੋਈ ਵੀ ਨਹੀਂ। ਸਾਡੇ ਕੋਲ ਦਾ ਸਹੀ ਉੱਤਰ ਹੈ ਅਸੀਂ ਅਖਬਾਰ ਅਤੇ ਇੰਟਰਨੈਟ ਤੇ ਨੌਕਰੀ ਲੱਭ ਸਕਦੇ ਹਾਂ, ਯਾਨੀ ਕਿ ਦੋਵੇਂ ਊੜਾ ਤੇ ਆੜਾ ਆਪਸ਼ਨ। ਦੂਸਰਾ ਪੁਆਇੰਟ ਹੈ ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ। ਸਾਡੇ ਕੋਲ ਦੇ ਆਪਸ਼ਨ ਹੈ ਡਾਟਾ, ਸੂਚਨਾ, ਵਰਲਡ ਵਾਈਡ ਵੈਬ ਜਾਂ ਵੈਬ। ਸਾਡੇ ਕੋਲ ਸਹੀ ਉੱਤਰ ਹੈ ਵਰਲਡ ਵਾਈਡ ਵੈਬ ਸੂਚਨਾ ਦਾ ਜਾਂ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ। ਤੀਸਰਾ ਪੁਆਇੰਟ ਸਾਡੇ ਕੋਲ ਇਹ ਖੋਜਾਂ ਉਪਯੋਗੀ ਹੁੰਦੀਆਂ ਹਨ ਜਦ ਸਾਨੂੰ ਹਵਾਲੇ ਦਾ ਪੂਰਾ ਟੈਕਸਟ ਪਤਾ ਨਹੀਂ ਹੁੰਦਾ। ਸਾਡੇ ਕੋਲ ਦੇ ਆਪਸ਼ਨ ਹੈ ਵਾਈਲਡ ਕਾਰਡ, ਆਪਰੇਟਰ, ਇਮੇਜ ਜਾਂ ਨਿਊਜ਼। ਸਾਡੇ ਕੋਲ ਸਹੀ ਉੱਤਰ ਹੈ ਵਾਈਲਡ ਕਾਰਡ ਖੋਜਾਂ ਉਪਯੋਗੀ ਹੁੰਦੀਆਂ ਹਨ ਜਦ ਸਾਨੂੰ ਹਵਾਲੇ ਦਾ ਪੂਰਾ ਪਤਾ ਜਾਂ ਪੂਰਾ ਟੈਕਸਟ ਨਹੀਂ ਪਤਾ ਹੁੰਦਾ। ਅੱਗੇ ਸਾਡੇ ਕੋਲ ਚੌਥਾ ਬਹੁਪਸੰਦੀ ਪ੍ਰਸ਼ਨ ਹੈ ਇਹ ਇੱਕ ਫੋਟੋ ਅਤੇ ਆਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ। ਸਾਡੇ ਕੋਲ ਦੇ ਆਪਸ਼ਨ ਹੈ ਫੇਸਬੁੱਕ, ਇੰਸਟਾਗ੍ਰਾਮ ਜਾਂ ਦੋਵੇਂ ਊੜਾ ਤੇ ਆੜਾ ਜਾਂ ਕੋਈ ਵੀ ਨਹੀਂ। ਸਾਡੇ ਕੋਲ ਦਾ ਸਹੀ ਉੱਤਰ ਹੈ ਫੇਸਬੁੱਕ ਅਤੇ ਇੰਸਟਾਗ੍ਰਾਮ ਇੱਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀਆਂ ਸੋਸ਼ਲ ਮੀਡੀਆ ਐਪ ਹੈ, ਯਾਨੀ ਕਿ ਇਸਦਾ ਆਨਸਰ ਹੋਏਗਾ ਊੜਾ ਤੇ ਐੜਾ। ਪੰਜਵਾਂ ਸਾਡੇ ਕੋਲ ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚ ਇੱਕ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ bing.com, google.com, wikipedia.com ਜਾਂ yahoo.com। ਸੋ ਗੂਗਲ ਦਾ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ google.com ਇੱਕ ਹੈ। ਅੱਗੇ ਹੁਣ ਅਸੀਂ ਖਾਲੀ ਥਾਵਾਂ ਪੜ੍ਹ ਲੈਂਦੇ ਹਾਂ। ਡੈਸ਼ ਸਾਨੂੰ ਇੰਟਰਨੈਟ 'ਤੇ ਵੈਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਵੈਬ ਬਰਾਊਜ਼ਰ। ਦੂਸਰਾ ਪੁਆਇੰਟ ਹੈ ਇੰਟਰਨੈਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਪ੍ਰਕਿਰਿਆ ਹੈ ਆਨਲਾਈਨ ਸ਼ਾਪਿੰਗ। ਅਗਲਾ ਹੈ ਸਾਡੇ ਕੋਲ ਡੈਸ਼ ਇੱਕ ਵੈਬ ਆਧਾਰਿਤ ਉਪਕਰਨ ਹੈ ਜੋ ਉਪਭੋਗਤਾ ਨੂੰ ਵਰਲਡ ਵਾਈਡ ਵੈਬ 'ਤੇ ਜਾਣਕਾਰੀ ਲੱਭਣ ਦੀ ਯੋਗ ਬਣਾਉਂਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਸਰਚ ਇੰਜਨ। ਚੌਥਾ ਸਾਡੇ ਕੋਲ ਪੁਆਇੰਟ ਹੈ ਇੱਕ ਖੋਜ ਸ਼ਬਦ ਨੂੰ ਡੈਸ਼ ਵਿੱਚ ਲਿਖਣਾ ਖੋਜ ਇੰਜਨ ਨੂੰ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ ਖੋਜਣ ਲਈ ਕਹਿੰਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਕੋਟੇਸ਼ਨ ਮਾਰਕ। ਅਗਲਾ ਸਾਡੇ ਕੋਲ ਖਾਲੀ ਥਾਂ ਹੈ ਇੱਕ ਡੈਸ਼ ਦੇ ਗਾਹਕ ਸਬਸਕ੍ਰਿਪਸ਼ਨ ਬਣੇ ਬਿਨਾਂ
ਸਾਡੇ ਕੋਲ ਇੰਟਰਨੈਟ ਦਾ ਕੋਈ ਕਨੈਕਸ਼ਨ ਨਹੀਂ ਹੋਵੇਗਾ। तो ਸਾਡੇ ਕੋਲ ਸਹੀ ਉੱਤਰ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਇੱਕ ਕੰਪਨੀ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈਟ ਕਨੈਕਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ ਉਸ ਨੂੰ ਇੰਟਰਨੈਟ ਸਰਵਿਸ ਪ੍ਰੋਵਾਈਡਰ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ HTTPS ਦਾ ਪੂਰਾ ਨਾਮ ਕੀ ਹੈ? ਸੋ HTTPS ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਓਵਰ ਸਿਕਿਉਰ ਸੌਕਟ ਲੇਅਰ। ਤੀਸਰਾ ਪ੍ਰਸ਼ਨ ਹੈ ਸਿਰਫ ਨੌਕਰੀ ਲੱਭਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ? ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਜੌਬ ਸਰਚ ਇੰਜਨ। ਚੌਥਾ ਪ੍ਰਸ਼ਨ ਹੈ ਇੱਕ ਵੈਬ ਪੇਜ ਦੇ ਐਡਰੈਸ ਨੂੰ ਸੇਵ ਕਰਨ ਦੇ ਤਰੀਕੇ ਨੂੰ ਕੀ ਕਹਿੰਦੇ ਹਨ? ਉਸ ਨੂੰ ਅਸੀਂ ਕਹਿੰਦੇ ਹਾਂ ਬੁੱਕਮਾਰਕ। ਪੰਜਵਾਂ ਪ੍ਰਸ਼ਨ ਹੈ ਕਿਸੇ ਇੱਕ ਓਪਨ ਕੰਟੈਂਟ ਆਨਲਾਈਨ ਇਨਸਾਈਕਲੋਪੀਡੀਆ ਦਾ ਨਾਮ ਦੱਸੋ। ਸਾਡੇ ਕੋਲ ਇਸਦਾ ਉੱਤਰ ਹੈ wikipedia.com। ਹੁਣ ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਵੈਬ ਬਰਾਊਜ਼ਰ ਨੂੰ ਪਰਿਭਾਸ਼ਿਤ ਕਰੋ। ਸੋ ਵੈਬ ਬਰਾਊਜ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਜੋ ਸਾਨੂੰ ਇੰਟਰਨੈਟ ਵਿੱਚ ਮੌਜੂਦ ਵੈਬਸਾਈਟਾਂ ਨੂੰ ਵੇਖਣ ਅਤੇ ਉਹਨਾਂ ਤੱਕ ਪਹੁੰਚ ਕਰਨ ਦੀ ਸਹੂਲਤ ਦਿੰਦਾ ਹੈ। ਵੈਬ ਬਰਾਊਜ਼ਰ ਦੀ ਵਰਤੋਂ ਯੂਜ਼ਰ ਵੈਬ ਪੇਜਾਂ ਨੂੰ ਲੱਭਣ ਪਹੁੰਚ ਕਰਨ ਲਈ ਕਰਦਾ ਹੈ। ਇਸ ਦੇ ਲਈ ਯੂਜ਼ਰ ਬਰਾਊਜ਼ਰ ਦੇ ਐਡਰੈਸ ਬਾਰ ਵਿੱਚ ਵੈਬ ਦਾ ਪਤਾ ਦਾਖਲ ਕਰਕੇ ਕਿਸੇ ਵੀ ਵੈਬ ਪੇਜ ਨੂੰ ਦੇਖਣ ਲਈ ਬੇਨਤੀ ਕਰ ਸਕਦਾ ਹੈ। ਇਹਨਾਂ ਵੈਬ ਪੇਜਾਂ ਵਿੱਚ ਮੌਜੂਦ ਜਾਣਕਾਰੀ ਵਿੱਚ ਗ੍ਰਾਫਿਕਸ, ਮਲਟੀਮੀਡੀਆ, ਸਧਾਰਨ ਟੈਕਸਟ ਸ਼ਾਮਲ ਹੁੰਦਾ ਹੈ। ਇੱਕ ਵੈਬ ਬਰਾਊਜ਼ਰ ਵੈਬ ਨਿਯਮਾਂ ਦੇ ਅਨੁਸਾਰ ਵੈਬ ਪੇਜਾਂ ਤੋਂ ਡਾਟਾ ਪ੍ਰਾਪਤ ਕਰਦਾ ਹੈ। ਦੂਸਰਾ ਪ੍ਰਸ਼ਨ ਸਾਡੇ ਕੋਲ ਆਨਲਾਈਨ ਸਰਚ ਵਿੱਚ ਕੋਟੇਸ਼ਨ ਮਾਰਕ ਦੀ ਕੀ ਵਰਤੋਂ ਹੈ? ਸੋ ਜਦੋਂ ਅਸੀਂ ਆਨਲਾਈਨ ਸਰਚ ਵਿੱਚ ਸਰਚ ਕੀਤੇ ਜਾਣ ਵਾਲੇ ਸ਼ਬਦ ਵਿੱਚ ਲਿਖਦੇ ਹਾਂ ਤਾਂ ਸਰਚ ਇੰਜਨ ਸਿਰਫ ਅਤੇ ਸਿਰਫ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ ਹੀ ਵੈਬ ਉੱਪਰ ਲੱਭੇਗਾ ਅਤੇ ਉਸ ਨਾਲ ਮਿਲਦੇ ਜੁਲਦੇ ਸ਼ਬਦਾਂ ਨੂੰ ਸਰਚ ਰਿਜ਼ਲਟਾਂ ਵਿੱਚ ਨਹੀਂ ਦਿਖਾਵੇਗਾ। ਉਦਾਹਰਨ ਲਈ ਜੇਕਰ ਅਸੀਂ ਕੰਪਿਊਟਰ ਆਪਰੇਟਰ ਸ਼ਬਦ ਲਿਖ ਕੇ ਇਸ ਨਾਲ ਸੰਬੰਧਿਤ ਆਨਲਾਈਨ ਸਰਚ ਕਰਨਾ ਚਾਹੁੰਦੇ ਹਾਂ ਤਾਂ ਸਰਚ ਇੰਜਨ ਸਾਨੂੰ ਕੰਪਿਊਟਰ ਆਪਰੇਟਰ ਆਦਿ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਨਤੀਜੇ ਵਿਖਾਵੇਗਾ। ਪਰ ਜੇਕਰ ਅਸੀਂ ਇਸ ਸ਼ਬਦ ਨੂੰ ਕੋਟੇਸ਼ਨ ਵਿੱਚ ਲਿਖ ਕੇ ਕੰਪਿਊਟਰ ਆਪਰੇਟਰ ਸਰਚ ਕਰਦੇ ਹਾਂ ਤਾਂ ਸਰਚ ਇੰਜਨ ਸਾਨੂੰ ਇਸ ਖਾਸ ਸ਼ਬਦ ਕੰਪਿਊਟਰ ਆਪਰੇਟਰ ਨਾਲ ਸੰਬੰਧਿਤ ਹੀ ਨਤੀਜੇ ਵਿਖਾਵੇਗਾ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਕੋਈ 5 ਇੰਟਰਨੈਟ ਸੁਰੱਖਿਆ ਖਤਰਾ ਦੇ ਨਾਮ ਦੱਸੋ। ਸੋ ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਹੈਕਰ, ਦੂਸਰਾ ਵਾਇਰਸ, ਤੀਸਰਾ ਸਪਾਈਵੇਅਰ, ਚੌਥਾ ਵਰਮ, ਪੰਜਵਾਂ ਫਿਸ਼ਿੰਗ, ਛੇਵਾਂ ਸਪੈਮਿੰਗ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਗੂਗਲ ਸਰਚ ਇੰਜਨ ਦੀ ਵਿਆਖਿਆ ਕਰੋ। ਸੋ ਗੂਗਲ ਸਰਚ ਇੰਜਨ ਦੁਨੀਆ ਦਾ ਸਭ ਤੋਂ ਸਰਵੋਤਮ ਸਰਚ ਇੰਜਨ ਹੈ। ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ ਹੈ। ਗੂਗਲ ਆਪਣੇ ਸਰਚ ਰਿਜ਼ਲਟਾਂ ਦੀ ਗੁਣਵੱਤਾ ਕਾਰਨ ਸਭ ਤੋਂ ਮਸ਼ਹੂਰ ਅਤੇ ਭਰੋਸੇਮੰਦ ਸਰਚ ਇੰਜਨ ਬਣ ਚੁੱਕਿਆ ਹੈ। ਗੂਗਲ ਆਪਣੇ ਉਪਭੋਗਤਾਵਾਂ ਨੂੰ ਸਭ ਤੋਂ ਸਹੀ ਨਤੀਜੇ ਪੇਸ਼ ਕਰਨ ਲਈ ਸੂਝਵਾਨ ਐਲਗੋਰਿਥਮ ਦੀ ਵਰਤੋਂ ਕਰਦਾ ਹੈ। ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸੈਰਗੇਈ ਬ੍ਰਿਨ ਹਨ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਬੁੱਕਮਾਰਕ ਕੀ ਹੁੰਦਾ ਹੈ? ਬੁੱਕਮਾਰਕ ਨੂੰ ਫੇਵਰੇਟ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਮਦਦ ਨਾਲ ਅਸੀਂ ਕਿਸੇ ਵੀ ਵੈਬਸਾਈਟ ਦੇ ਵੈਬ ਐਡਰੈਸ ਨੂੰ ਸੇਵ ਕਰ ਸਕਦੇ ਹਾਂ ਤਾਂ ਕਿ ਜਦੋਂ ਵੀ ਸਾਨੂੰ ਦੁਬਾਰਾ ਉਸ ਵੈਬ ਐਡਰੈਸ ਨੂੰ ਖੋਲ੍ਹਣ ਦੀ ਲੋੜ ਪਵੇ ਤਾਂ ਅਸੀਂ ਉਸ ਨੂੰ ਦੁਬਾਰਾ ਟਾਈਪ ਕੀਤੇ ਬਿਨਾਂ ਤੇਜ਼ੀ ਨਾਲ ਖੋਲ੍ਹ ਸਕੀਏ। ਸੋ ਗੂਗਲ ਕ੍ਰੋਮ, ਮੋਜ਼ਿਲਾ ਫਾਇਰਫੌਕਸ, ਸਫਾਰੀ ਵਰਗੇ ਵੈਬ ਬਰਾਊਜ਼ਰ ਸਾਨੂੰ ਵੈਬ ਐਡਰੈਸ ਨੂੰ ਸੇਵ ਕਰਨ ਲਈ ਬੁੱਕਮਾਰਕ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਹਨ, ਜਦਕਿ ਇੰਟਰਨੈਟ ਐਕਸਪਲੋਰਰ ਵਿੱਚ ਸਾਨੂੰ ਬੁੱਕਮਾਰਕ ਦੀ ਥਾਂ ਫੇਵਰੇਟ ਆਪਸ਼ਨ ਦੀ ਵਰਤੋਂ ਕਰਨੀ ਪੈਂਦੀ ਹੈ। ਅਗਲਾ ਸਾਡੇ ਕੋਲ ਪ੍ਰਸ਼ਨ ਹੈ ਛੇਵਾਂ ਵਰਲਡ ਵਾਈਡ ਵੈਬ ਨੂੰ ਪਰਿਭਾਸ਼ਿਤ ਕਰੋ। ਸੋ ਵਰਲਡ ਵਾਈਡ ਵੈਬ ਨੂੰ ਵੈਬ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਾ ਇੱਕ ਬਹੁਤ ਵੱਡਾ ਸੰਗ੍ਰਹਿ ਹੈ। ਇਸ ਵਿੱਚ ਸਾਰੀਆਂ ਪਬਲਿਕ ਵੈਬਸਾਈਟਾਂ ਸ਼ਾਮਿਲ ਹੁੰਦੀਆਂ ਹਨ ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈਟ ਨਾਲ ਜੁੜੀਆਂ ਹੁੰਦੀਆਂ ਹਨ। ਹਰੇਕ ਵੈਬਸਾਈਟ ਜਾਂ ਵੈਬ ਪੇਜ ਨੂੰ ਇੱਕ ਵਿਲੱਖਣ ਨਾਂ ਜਾਂ ਐਡਰੈਸ ਦਿੱਤਾ ਜਾਂਦਾ ਹੈ ਜਿਸ ਨੂੰ URL, ਜਿਸ ਦਾ ਪੂਰਾ ਨਾਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ। ਸੋ ਵਰਲਡ ਵਾਈਡ ਵੈਬ ਉੱਪਰ ਸਟੋਰ ਸੂਚਨਾ ਨੂੰ ਵੈਬ ਬਰਾਊਜ਼ਰ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈਬ ਡਾਟਾ ਟ੍ਰਾਂਸਫਰ ਕਰਨ ਲਈ HTTP ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਆ ਗਏ। ਪਹਿਲਾ ਪ੍ਰਸ਼ਨ ਹੈ ਕੋਈ 4 ਆਨਲਾਈਨ ਸਰਚ ਤਕਨੀਕਾਂ ਦੀ ਵਿਆਖਿਆ ਕਰੋ। ਸੋ ਜਦੋਂ ਅਸੀਂ ਕਿਸੇ ਜਾਣਕਾਰੀ ਨੂੰ ਸਰਚ ਇੰਜਨਾਂ ਦੀ ਵਰਤੋਂ ਕਰਦੇ ਹੋਏ ਆਨਲਾਈਨ ਸਰਚ ਕਰਦੇ ਹਾਂ ਤਾਂ ਕੁਝ ਸਰਚ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਅਸੀਂ ਆਪਣੀ ਸਰਚ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ।
ਜਿਸ ਵਿੱਚ ਸਾਡੇ ਕੋਲ ਪਹਿਲੀ ਸਰਚ ਤਕਨੀਕ ਹੈ ਕੁਝ ਖਾਸ ਕੀਵਰਡ ਦੀ ਵਰਤੋਂ ਕਰਕੇ। ਸੋ ਕੀਵਰਡ ਉਹ ਸ਼ਬਦ ਹਨ ਜੋ ਅਸੀਂ ਇੰਟਰਨੈਟ ਦੀ ਸਮੱਗਰੀ ਲੱਭਣ ਲਈ ਵਰਤਦੇ ਹਾਂ। ਸੋ ਕੀਵਰਡ ਨੂੰ ਜਿੰਨਾ ਸੰਭਵ ਹੋ ਸਕੇ ਖਾਸ ਰੱਖੋ। ਇਹ ਗੂਗਲ ਨੂੰ ਸਾਡੀ ਲੋੜੀਂਦੀ ਜਾਣਕਾਰੀ ਲੱਭਣ ਵਿੱਚ ਮਦਦ ਕਰਦੇ ਹਨ। ਦੂਸਰਾ ਹੈ ਸਰਚ ਟਰਮ ਨੂੰ ਸੌਖਾ ਕਰਕੇ। ਕੁਝ ਸਰਚ ਇੰਜਨਾਂ ਵਿੱਚ ਖੋਜ ਕਰਨ ਲਈ ਰੁਕਣ ਵਾਲੇ ਸ਼ਬਦ ਸ਼ਾਮਲ ਹੁੰਦੇ ਹਨ। ਇਹ ਆਮ ਵਰਤੋਂ ਵਾਲੇ ਸ਼ਬਦ ਜਿਵੇਂ ਕਿ ਪ੍ਰੈਪੋਜੀਸ਼ਨ, ਕੰਜੰਕਸ਼ਨ ਅਤੇ ਆਰਟੀਕਲ ਹੁੰਦੇ ਹਨ, ਜਿਸ ਦਾ ਅਰਥ ਹੈ ਕਿ ਅਸੀਂ ਖੋਜ ਨਤੀਜਿਆਂ ਵਿੱਚ ਸਾਡੀ ਜ਼ਰੂਰਤ ਨਾਲੋਂ ਵੱਧ ਪੇਜ ਜਿਹੜੇ ਆ ਉਹ ਪ੍ਰਾਪਤ ਕਰਾਂਗੇ। ਤੀਸਰਾ ਪੁਆਇੰਟ ਹੈ ਕੋਟੇਸ਼ਨ ਮਾਰਕ ਦੀ ਵਰਤੋਂ ਕਰਕੇ। ਸੋ ਜਦੋਂ ਅਸੀਂ ਆਨਲਾਈਨ ਸਰਚ ਵਿੱਚ ਸਰਚ ਕੀਤੇ ਜਾਣ ਵਾਲੇ ਸ਼ਬਦ ਵਿੱਚ ਲਿਖਦੇ ਹਾਂ ਤਾਂ ਸਰਚ ਇੰਜਨ ਸਿਰਫ ਅਤੇ ਸਿਰਫ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ ਹੀ ਵੈਬ ਉੱਪਰ ਲੱਭੇਗਾ ਅਤੇ ਉਸ ਨਾਲ ਮਿਲਦੇ ਜੁਲਦੇ ਸ਼ਬਦਾਂ ਨੂੰ ਸਰਚ ਰਿਜ਼ਲਟਾਂ ਵਿੱਚ ਨਹੀਂ ਦਿਖਾਵੇਗਾ। ਚੌਥਾ ਪੁਆਇੰਟ ਅਸਹਾਈ ਸ਼ਬਦਾਂ ਨੂੰ ਹਟਾ ਕੇ। ਸੋ ਇੱਕ ਸ਼ਬਦ ਤੋਂ ਪਹਿਲਾਂ ਹਾਈਫਨ ਜਾਂ ਛੋਟਾ ਡੈਸ਼ ਜਾਂ ਘਟਾਓ ਦਾ ਨਿਸ਼ਾਨ ਲਗਾਉਣ ਨਾਲ ਉਹ ਸ਼ਬਦ ਖੋਜ ਤੋਂ ਬਾਹਰ ਹੋ ਜਾਂਦਾ ਹੈ। ਪੰਜਵਾਂ ਹੈ ਆਪਰੇਟਰ ਦੀ ਵਰਤੋਂ ਕਰਕੇ। ਸੋ ਵਾਈਲਡ ਕਾਰਡ ਖੋਜ ਜਿਸ ਦੇ ਬਾਰੇ ਸਾਨੂੰ ਪਤਾ ਨਾ ਹੋਵੇ ਲਈ ਪਲੇਸ ਹੋਲਡਰ ਦੇ ਤੌਰ ਤੇ ਐਸਟਰਿਕਸ ਚਿੰਨ੍ਹ ਦੀ ਵਰਤੋਂ ਕਰੋ। ਸੋ ਵਾਈਲਡ ਕਾਰਡ ਖੋਜਾਂ ਉਦੋਂ ਉਪਯੋਗੀ ਹੁੰਦੀਆਂ ਹਨ ਜਦੋਂ ਸਾਨੂੰ ਹਵਾਲੇ ਦਾ ਜਾਂ ਕਿਸੇ ਪਰਸਨੈਲਿਟੀ ਬਾਰੇ ਸਰਚ ਕਰ ਰਹੇ ਹਾਂ ਉਸ ਦੇ ਬਾਰੇ ਸਾਨੂੰ ਪੂਰਾ ਨਹੀਂ ਪਤਾ ਹੁੰਦਾ। ਉਸ ਕੇਸ ਵਿੱਚ ਅਸੀਂ ਵਾਈਲਡ ਕਾਰਡ ਖੋਜ ਦੀ ਵਰਤੋਂ ਕਰਦੇ ਹਾਂ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਹਨ। ਸੋ ਆਨਲਾਈਨ ਦੇ ਫਾਇਦੇ ਸ਼ਾਪਿੰਗ ਦੇ ਫਾਇਦੇ ਹੇਠ ਲਿਖਣ ਅਨੁਸਾਰ ਪਹਿਲਾ ਹੈ ਸਹੂਲਤ, ਦੂਸਰਾ ਬਿਹਤਰ ਕੀਮਤਾਂ, ਤੀਸਰਾ ਜ਼ਿਆਦਾ ਵੈਰਾਈਟੀ, ਚੌਥਾ ਤੋਹਫੇ ਭੇਜਣ ਲਈ ਆਸਾਨੀ, ਪੰਜਵਾਂ ਵਧੇਰੇ ਨਿਯੰਤਰਣ, ਛੇਵਾਂ ਕੀਮਤਾਂ ਦੀ ਤੁਲਨਾ ਆਸਾਨ, ਸੱਤਵਾਂ ਹੈ ਕੋਈ ਭੀੜ ਨਹੀਂ। ਇਸ ਤੋਂ ਇਲਾਵਾ ਆਨਲਾਈਨ ਸ਼ਾਪਿੰਗ ਜਿਹੜੇ ਨੁਕਸਾਨ ਹੈ ਉਹਨਾਂ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਨੁਕਸਾਨ ਹੈ ਪੈਕੇਜਿੰਗ ਦਾ ਨੈਗੇਟਿਵ ਵਾਤਾਵਰਨ ਪ੍ਰਭਾਵ, ਦੂਸਰਾ ਹੈ ਸ਼ਿਪਿੰਗ ਵਿੱਚ ਮੁਸ਼ਕਲਾਂ ਅਤੇ ਦੇਰੀ, ਤੀਸਰਾ ਪੁਆਇੰਟ ਹੈ ਧੋਖਾਧੜੀ ਦਾ ਜੋਖਮ, ਚੌਥਾ ਹੈ ਸਾਡੀ ਕਮਿਊਨਿਟੀ ਨਾਲ ਘੱਟ ਸੰਪਰਕ, ਪੰਜਵਾਂ ਹੈ ਬਹੁਤ ਜ਼ਿਆਦਾ ਸਮਾਂ ਆਨਲਾਈਨ ਬਿਤਾਉਣਾ, ਛੇਵਾਂ ਹੈ ਰਿਟਰਨ ਗੁੰਝਲਦਾਰ ਹੋ ਸਕਦਾ ਹੈ ਅਤੇ ਸੱਤਵਾਂ ਹੈ ਅਸੀਂ ਬਿਲਕੁਲ ਨਹੀਂ ਜਾਣਦੇ ਕਿ ਅਸੀਂ ਕੀ ਪ੍ਰਾਪਤ ਕਰ ਰਹੇ ਹਾਂ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਸੋਸ਼ਲ ਨੈਟਵਰਕਿੰਗ ਕੀ ਹੈ। ਕੋਈ ਦੋ ਸੋਸ਼ਲ ਨੈਟਵਰਕਿੰਗ ਸਾਈਟ ਬਾਰੇ ਦੱਸੋ। ਸੋਸ਼ਲ ਨੈਟਵਰਕਿੰਗ ਸਾਨੂੰ ਦੋਸਤਾਂ, ਪਰਿਵਾਰ, ਸਹਿਯੋਗੀ ਜਾਂ ਗਾਹਕਾਂ ਨਾਲ ਜੁੜੇ ਰਹਿਣ ਲਈ ਇੰਟਰਨੈਟ ਆਧਾਰਿਤ ਸੋਸ਼ਲ ਮੀਡੀਆ ਸਾਈਟਾਂ ਦੀ ਸਹੂਲਤ ਦਿੰਦਾ ਹੈ। ਸੋਸ਼ਲ ਨੈਟਵਰਕਿੰਗ ਵੈਬਸਾਈਟਾਂ ਦੀਆਂ ਵਰਤੋਂ ਅੱਜ ਕੱਲ੍ਹ ਵਪਾਰਕ ਉਦੇਸ਼ ਲਈ ਵੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਹਤਰ ਸੰਬੰਧ ਬਣਾਉਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣਾ ਸਾਰਾ ਸਮਾਂ ਸੋਸ਼ਲ ਸਾਈਟਾਂ ਦੀ ਆਨਲਾਈਨ ਬਰਾਊਜ਼ਿੰਗ ਤੇ ਬਿਤਾਉਂਦੇ ਹਨ ਅਤੇ ਸਮਾਰਟਫੋਨ ਅਤੇ ਟੈਬਲੇਟ ਆਦਿ ਨੂੰ ਇਸ ਵਿੱਚ ਹੋਰ ਵਾਧਾ ਕੀਤਾ ਹੈ। ਸੋਸ਼ਲ ਨੈਟਵਰਕਿੰਗ ਦੀ ਜਿਹੜੀ ਪਹਿਲੀ ਸਾਈਟ ਹੈ ਉਹ ਸਾਡੇ ਕੋਲ ਹੈ ਫੇਸਬੁੱਕ। ਫੇਸਬੁੱਕ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਹੈ। ਬਹੁਤ ਸਾਰੇ ਲੋਕ ਸਮਾਜਿਕ ਅਤੇ ਵਪਾਰਕ ਉਦੇਸ਼ਾਂ ਲਈ ਇਸ ਦੀ ਵਰਤੋਂ ਕਰਦੇ ਹਨ। ਫੇਸਬੁੱਕ ਉੱਪਰ ਆਪਣੇ ਕੰਟੈਂਟ ਨੂੰ ਵੱਖ-ਵੱਖ ਫਾਰਮੈਟ ਜਿਵੇਂ ਕਿ ਟੈਕਸਟ, ਚਿੱਤਰ, ਵੀਡੀਓ ਅਤੇ ਕਹਾਣੀਆਂ ਦੇ ਰੂਪ ਵਿੱਚ ਸਭ ਨਾਲ ਸਾਂਝਾ ਕਰ ਸਕਦੇ ਹਾਂ। ਦੂਸਰਾ ਹੈ YouTube। YouTube ਇੱਕ ਵੀਡੀਓ ਸ਼ੇਅਰ ਕਰਨ ਵਾਲਾ ਪਲੇਟਫਾਰਮ ਹੈ। YouTube ਉੱਪਰ ਅਸੀਂ ਆਪਣੇ ਲਈ ਇੱਕ YouTube ਚੈਨਲ ਵੀ ਬਣਾ ਸਕਦੇ ਹਾਂ ਜਿੱਥੇ ਅਸੀਂ ਵੀਡੀਓ ਬਣਾ ਕੇ ਅਪਲੋਡ ਵੀ ਕਰ ਸਕਦੇ ਹਾਂ। ਸੋ ਵੀਡੀਓ ਦੇਖਣ ਵਾਲੇ ਲੋਕ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਸਕਣ ਦੇ ਯੋਗ ਹੁੰਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਅਸੀਂ ਸੁਰੱਖਿਅਤ ਵੈਬਸਾਈਟ ਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ ਅਤੇ ਪੈਡਲੌਕ ਚਿੰਨ੍ਹ ਦੀ ਵਿਆਖਿਆ ਕਰੋ। ਸੋ ਇੰਟਰਨੈਟ ਤੇ ਹਰੇਕ ਵੈਬਸਾਈਟ ਭਰੋਸੇਯੋਗ ਅਤੇ ਸੁਰੱਖਿਅਤ ਨਹੀਂ ਹੁੰਦੀ। ਇੱਕ ਅਸੁਰੱਖਿਅਤ ਵੈਬਸਾਈਟ ਸਾਡੇ ਕੰਪਿਊਟਰ ਵਿੱਚ ਸਾਡੀ ਆਗਿਆ ਲਏ ਬਿਨਾਂ ਸਾਡੇ ਕੰਪਿਊਟਰ ਵਿੱਚ ਪ੍ਰੋਗਰਾਮ ਇੰਸਟਾਲ ਕਰਕੇ ਇਸ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ ਜਾਂ ਸਾਡੀ ਜਾਣਕਾਰੀ ਨੂੰ ਵੀ ਚੋਰੀ ਆਦਿ ਕਰ ਸਕਦਾ ਹੈ। ਸੋ ਸੁਰੱਖਿਅਤ ਵੈਬਸਾਈਟ ਦੇ ਪਹਿਚਾਣ ਦੇ ਦੋ ਤਰੀਕੇ ਹਨ। ਜਿਸ ਵਿੱਚ ਸਾਡਾ ਪਹਿਲਾ ਤਰੀਕਾ ਹੈ ਵੈਬ ਬਰਾਊਜ਼ਰ ਦੇ ਵੈਬ ਐਡਰੈਸ ਨੂੰ ਵੇਖੋ ਕਿ ਇਹ ਵੈਬ ਐਡਰੈਸ HTTPS ਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਵਿੱਚ HTTPS ਉਪਭੋਗਤਾ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਨਕ੍ਰਿਪਟ ਕਰਦਾ ਹੈ, ਮਤਲਬ ਸਿਕਿਉਰ ਕਰਦਾ ਹੈ ਅਤੇ ਸਰਵਰ ਵਾਲੇ ਪਾਸੇ ਤੋਂ ਜਾਣਕਾਰੀ ਨੂੰ ਡੀਕ੍ਰਿਪਟ ਕਰ ਦਿੰਦਾ ਹੈ, ਮਤਲਬ ਦੁਬਾਰਾ ਪਹਿਲੇ ਵਾਲੇ ਫਾਰਮੈਟ 'ਚ ਬਦਲ ਦਿੰਦਾ ਹੈ। ਦੂਸਰਾ ਪੁਆਇੰਟ ਹੈ ਵੈਬ ਬਰਾਊਜ਼ਰ ਵਿੱਚ ਬੰਦ ਪੈਡਲੌਕ ਦੀ ਭਾਲ ਕਰੋ। ਸੋ ਪੈਡਲੌਕ ਚਿੰਨ੍ਹ ਇੱਕ ਹਰਾ ਪੈਡਲੌਕ, ਜਿਹੜਾ ਪੈਡਲੌਕ ਚਿੰਨ੍ਹ ਹੈ ਉਹ ਇੱਕ ਹਰੇ ਰੰਗ ਦਾ ਪੈਡਲੌਕ ਚਿੰਨ੍ਹ ਹੁੰਦਾ ਹੈ।
ਜੋ ਇਹ ਦਰਸਾਉਂਦਾ ਹੈ ਕਿ ਅਸੀਂ ਨਿਸ਼ਚਿਤ ਤੌਰ ਤੇ ਉਸ ਵੈਬਸਾਈਟ ਨਾਲ ਜੁੜੇ ਹੋਏ ਹਾਂ ਜਿਸ ਦਾ ਪਤਾ ਐਡਰੈਸ ਬਾਰ ਵਿੱਚ ਦਿਖਾਇਆ ਗਿਆ ਹੈ। ਬਰਾਊਜ਼ਰ ਅਤੇ ਵੈਬਸਾਈਟ ਦੇ ਵਿਚਕਾਰ ਜਾਸੂਸੀ ਰੋਕਣ ਲਈ ਇਸ ਕਨੈਕਸ਼ਨ ਨੂੰ ਇਨਕ੍ਰਿਪਟ ਜਾਂ ਸਿਕਿਉਰ ਕੀਤਾ ਗਿਆ ਹੁੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਯਾਤਰਾ ਵਿੱਚ ਫਾਸਟੈਗ ਕੀ ਹੈ ਅਤੇ ਇਸ ਦੇ ਕੀ ਲਾਭ ਹਨ। ਸੋ ਫਾਸਟੈਗ ਇੱਕ ਅਜਿਹਾ ਟੈਗ ਹੈ ਜਿਸ ਰਾਹੀਂ ਟੋਲ ਪਲਾਜ਼ਿਆਂ ਉੱਪਰ ਟੋਲ ਖਰਚੇ ਦੀ ਅਦਾਇਗੀ ਆਪਣੇ ਆਪ ਹੋ ਜਾਂਦੀ ਹੈ। ਇਸ ਦੀ ਵਰਤੋਂ ਕਰਦੇ ਹੋਏ ਅਸੀਂ ਨਕਦੀ ਲੈਣ ਦੇਣ ਲਈ ਬਿਨਾਂ ਦਰਵਾਜ਼ੇ ਵਿੱਚੋਂ ਲੰਘ ਸਕਦੇ ਹਾਂ। ਫਾਸਟੈਗ ਇੱਕ ਪ੍ਰੀਪੇਡ ਖਾਤੇ ਨਾਲ ਜੁੜਿਆ ਹੁੰਦਾ ਹੈ ਜਿਸ ਤੋਂ ਟੋਲ ਦੀ ਰਕਮ ਦੀ ਕਟੌਤੀ ਆਪਣੇ ਆਪ ਹੋ ਜਾਂਦੀ ਹੈ। ਫਾਸਟੈਗ ਵਿੱਚ RFID ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਟੈਗ ਖਾਤਾ ਐਕਟੀਵੇਟ ਹੋਣ ਤੋਂ ਬਾਅਦ ਵਾਹਨ ਦੀ ਵਿੰਡ ਸਕਰੀਨ ਤੇ ਇਸ ਨੂੰ ਚਿਪਕਾ ਦਿੱਤਾ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਫਾਸਟੈਗ ਦੀ ਵਰਤੋਂ ਕਰਨ ਦੇ ਲਾਭ ਬਾਰੇ ਜਾਣ ਲੈਂਦੇ ਹਾਂ। ਇਸ ਵਿੱਚ ਸਾਡੇ ਕੋਲ ਪਹਿਲਾ ਲਾਭ ਹੈ ਵੈਧਤਾ। ਸੋ ਫਾਸਟੈਗ ਕਾਰਡ ਦੀ ਜਿਹੜੀ ਵੈਧਤਾ ਜਾਂ ਵੈਲਿਡਿਟੀ ਹੈ ਉਹ 5 ਸਾਲ ਦੀ ਹੁੰਦੀ ਹੈ। ਦੂਸਰਾ ਪੁਆਇੰਟ ਭੁਗਤਾਨ ਦੀ ਸੌਖ। ਸੋ ਟੋਲ ਦੀ ਰਕਮ ਦੀ ਕਟੌਤੀ ਬਿਨਾਂ ਰੁਕੇ ਫਾਸਟੈਗ ਦੇ ਪ੍ਰੀਪੇਡ ਖਾਤੇ ਵਿੱਚੋਂ ਆਪਣੇ ਆਪ ਹੋ ਜਾਂਦੀ ਹੈ, ਜਿਸ ਲਈ ਟੋਲ ਲੈਣ ਦੇਣ ਲਈ ਨਕਦ ਰਾਸ਼ੀ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸੋ ਆਨਲਾਈਨ ਅਗਲਾ ਸਾਡੇ ਕੋਲ ਪੁਆਇੰਟ ਆਨਲਾਈਨ ਰੀਚਾਰਜ। ਸੋ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈਫਟ, RTGS ਜਾਂ ਨੈਟ ਬੈਂਕਿੰਗ ਰਾਹੀਂ ਫਾਸਟੈਗ ਆਨਲਾਈਨ ਰੀਚਾਰਜ ਕੀਤਾ ਜਾ ਸਕਦਾ ਹੈ। ਚੌਥਾ ਇਸ ਦਾ ਲਾਭ ਹੈ ਮੈਸੇਜ ਅਲਰਟ। ਸੋ ਟੋਲ ਪਲਾਜ਼ਿਆਂ ਉੱਪਰ ਆਉਣ ਜਾਣ ਵੇਲੇ ਕਟੌਤੀ ਨਾਲ ਸੰਬੰਧਿਤ ਮੈਸੇਜ ਅਲਰਟ ਮਿਲਦੇ ਰਹਿੰਦੇ ਹਨ। ਲਾਸਟ ਸਾਡੇ ਕੋਲ ਸਮੇਂ ਦੀ ਬਚਤ। ਟੋਲ ਪਲਾਜ਼ੇ ਉੱਪਰ ਲੈਣ ਦੇਣ ਲਈ ਰੁਕਣ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਕਰਕੇ ਸਾਡੇ ਸਮੇਂ ਦੀ ਵੀ ਬਚਤ ਹੁੰਦੀ ਹੈ। ਸੁਰੱਖਿਆ ਖਤਰੇ ਤੇ ਸਾਈਬਰ ਸੁਰੱਖਿਆ ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਸਾਈਬਰ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਾਈਬਰ ਕ੍ਰਾਈਮ, ਸਾਈਬਰਨੈਟਿਕ, ਸਾਈਬਰ ਅਟੈਕ ਜਾਂ ਸਾਈਬਰ ਸੁਰੱਖਿਆ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਾਈਬਰ ਸ਼ਬਦ ਸਾਈਬਰਨੈਟਿਕ ਸ਼ਬਦ ਤੋਂ ਲਿਆ ਗਿਆ ਹੈ। ਦੂਸਰੀ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ ਹੈ, ਸੌਫਟਵੇਅਰ ਜਾਂ ਹੋਰ ਕੰਪਿਊਟਰ ਆਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਫਿਸ਼ਿੰਗ, ਸਟਾਕਿੰਗ, ਪਾਇਰੇਸੀ ਜਾਂ ਹੈਕਿੰਗ। ਸਾਡੇ ਕੋਲ ਸਹੀ ਉੱਤਰ ਹੈ ਪਾਇਰੇਸੀ। ਅਗਲਾ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਪਾਈਵੇਅਰ, ਐਡਵੇਅਰ, ਕੰਪਿਊਟਰ ਵਾਇਰਸ ਜਾਂ ਰੈਂਸਮਵੇਅਰ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਪਾਈਵੇਅਰ ਉਹ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਸਾਡੇ ਕੋਲ ਚੌਥਾ ਬਹੁ ਪਸੰਦੀ ਪ੍ਰਸ਼ਨ ਹੈ, ਉਹ ਕਿਹੜੀ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਸਖਤ ਪਾਸਵਰਡ, ਫਾਇਰਵਾਲ, ਡਿਜੀਟਲ ਸਿਗਨੇਚਰ ਤੇ ਲਾਸਟ ਹੈ ਇਨਕ੍ਰਿਪਸ਼ਨ। ਸਾਡੇ ਕੋਲ ਸਹੀ ਉੱਤਰ ਹੈ ਇਨਕ੍ਰਿਪਸ਼ਨ ਉਹ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, IT ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ IT ਐਕਟ 2008, ITA 2000, ਇਨਫੋਰਮੇਸ਼ਨ ਐਕਟ ਜਾਂ ਲਾਸਟ ਵਿੱਚ ਹੈਗਾ ਇਨਕਮ ਟੈਕਸ ਐਕਟ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ IT ਐਕਟ 2000 ਨੂੰ ITA 2000 ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਛੇਵੇਂ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ, ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਵਰਲਡ ਵਾਈਡ ਵੈਬ, ਇੰਟਰ, ਸਾਈਬਰ ਸਪੇਸ ਜਾਂ ਸਾਈਬਰ ਕੈਫੇ। ਸਾਡੇ ਕੋਲ ਸਹੀ ਉੱਤਰ ਹੈ ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ ਉਸਨੂੰ ਸਾਈਬਰ ਸਪੇਸ ਕਹਿੰਦੇ ਹਨ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ ਡੈਸ਼ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰਦੇ ਹਨ। ਸਾਡੇ ਕੋਲ ਦਾ ਉੱਤਰ ਹੈ ਮਾਲਵੇਅਰ। ਦੂਸਰਾ ਹੈ ਡੈਸ਼ ਇੱਕ ਡਿਜੀਟਲ ਕੋਡ ਹੁੰਦਾ ਹੈ ਜੋ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਦਾ ਹੈ। ਸਾਡੇ ਕੋਲ ਉੱਤਰ ਹੈ ਡਿਜੀਟਲ ਸਿਗਨੇਚਰ। ਤੀਸਰਾ ਹੈ ਐਂਟੀਵਾਇਰਸ ਸੌਫਟਵੇਅਰ ਸਾਡੇ ਕੰਪਿਊਟਰ ਨੂੰ ਡੈਸ਼ ਤੋਂ ਸੁਰੱਖਿਅਤ ਕਰਦਾ ਹੈ। ਸਾਡੇ ਕੋਲ ਇਸਦਾ ਉੱਤਰ ਹੈ ਵਾਇਰਸ। ਚੌਥਾ ਹੈ ਡੈਸ਼ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਸੁਰੱਖਿਆ ਕੰਧ ਦੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਕੋਲ ਉੱਤਰ ਹੈ ਫਾਇਰਵਾਲ। ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ ਕੋਈ ਅਣਅਧਿਕਾਰਿਤ ਵਿਅਕਤੀ ਡੈਸ਼ ਦੁਆਰਾ ਕਿਸੇ ਵੈਬਸਾਈਟ ਵਿੱਚ ਬਦਲਾਅ ਕਰ ਸਕਦਾ ਹੈ। ਇਸ ਦਾ ਸਹੀ ਉੱਤਰ ਹੈ ਸਾਈਬਰ ਹਮਲੇ। ਅੱਗੇ ਛੇਵੀਂ ਖਾਲੀ ਥਾਂ ਇੰਟਰਨੈਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈਸ ਡੈਸ਼ ਤੇ ਸਟੋਰ ਹੁੰਦੇ ਹਨ। ਸਾਡੇ ਕੋਲ ਦਾ ਉੱਤਰ ਹੈ ਵਰਲਡ ਵਾਈਡ ਵੈਬ। ਅੱਗੇ ਸਾਡੇ ਕੋਲ ਬਹੁਤ ਛੋਟੇ ਵਾਲੇ ਪ੍ਰਸ਼ਨ ਹੈ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਪਹਿਲਾ IT ਐਕਟ ਕਦੋਂ ਹੋਂਦ ਵਿੱਚ ਆਇਆ।
ਤੇ ਸਾਡੇ ਕੋਲ ਸਹੀ ਉੱਤਰ ਹੈ 17 ਅਕਤੂਬਰ 2000 ਵਿੱਚ। ਦੂਸਰਾ ਪ੍ਰਸ਼ਨ ਹੈ ਕੋਈ ਦੋ ਐਂਟੀਵਾਇਰਸ ਸੌਫਟਵੇਅਰ ਦਾ ਨਾਮ ਲਿਖੋ। ਇਹ ਸਾਡੇ ਕੋਲ AVG, ਅਵੀਰਾ, ਅਵਾਸਟ, ਕੁਇਕਹੇਲ ਜਾਂ ਨੋਟਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ CERT-IN ਦਾ ਪੂਰਾ ਨਾਮ ਲਿਖੋ। ਇਸ ਦਾ ਪੂਰਾ ਨਾਮ ਹੈ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ। ਚੌਥਾ ਸਾਡੇ ਕੋਲ ਪ੍ਰਸ਼ਨ ਹੈ ITA 2000 ਦਾ ਪੂਰਾ ਰੂਪ ਲਿਖੋ। ਸੋ ITA ਦਾ ਪੂਰਾ ਰੂਪ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਪਾਇਰੇਸੀ ਕੀ ਹੁੰਦੀ ਹੈ, ਪਰਿਭਾਸ਼ਿਤ ਕਰੋ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸ ਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਿੰਦੇ ਹਨ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਦੂਸਰਾ ਪ੍ਰਸ਼ਨ ਹੈ ਵੈਬ ਚੈਕਿੰਗ ਬਾਰੇ ਜਾਣਕਾਰੀ ਦਿਓ। ਸੋ ਵੈਬ ਚੈਕਿੰਗ ਹਾਈਜੈਕਿੰਗ ਦੀ ਤਰ੍ਹਾਂ ਹੀ ਇੱਕ ਅਨਅਧਿਕਾਰਿਤ ਕਾਰਵਾਈ ਹੈ, ਜਿਸ ਵਿੱਚ ਕਿਸੇ ਹੈਕਰ ਰਾਹੀਂ ਆਪਣੇ ਨਿੱਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈਬਸਾਈਟ ਤੇ ਕਬਜ਼ਾ ਕਰਕੇ ਉਸ ਵਿੱਚ ਅਨਅਧਿਕਾਰਿਤ ਬਦਲਾਅ ਕਰਕੇ ਵੈਬਸਾਈਟ ਵਿੱਚ ਮੌਜੂਦ ਸੂਚਨਾ ਨੂੰ ਬਦਲ ਦਿੱਤਾ ਜਾਂਦਾ ਹੈ ਜਾਂ ਵੈਬਸਾਈਟ ਦਾ ਕੰਟਰੋਲ ਵਾਪਸ ਦੇਣ ਲਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਵੈਬ ਚੈਕਿੰਗ ਰਾਹੀਂ ਕਿਸੇ ਵੈਬਸਾਈਟ ਵਾਂਗ ਡੁਪਲੀਕੇਟ ਵੈਬਸਾਈਟ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਵੈਬਸਾਈਟ ਦਾ ਐਡਰੈਸ ਵੀ ਅਸਲੀ ਵੈਬਸਾਈਟ ਵਾਂਗ ਮਿਲਦਾ ਜੁਲਦਾ ਹੋ ਸਕਦਾ ਹੈ, ਜਿਵੇਂ ਕਿ hdfc.com ਦੀ ਜਗ੍ਹਾ hdfcs.com ਹੋ ਸਕਦਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਸਲਾਮੀ ਅਟੈਕ ਜਾਂ ਹਮਲੇ ਕੀ ਹੁੰਦੇ ਹਨ। ਸਲਾਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਛਾਣ ਕਰਨਾ ਮੁਸ਼ਕਲ ਹੈ। ਸਲਾਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਖਾਤਿਆਂ ਵਿੱਚੋਂ ਥੋੜੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਇਸ ਅਟੈਕ ਬਾਰੇ ਗਾਹਕ ਨੂੰ ਪਤਾ ਵੀ ਨਹੀਂ ਚੱਲਦਾ, ਕਿਉਂਕਿ ਅਜਿਹੇ ਆਨਲਾਈਨ ਹਮਲਿਆਂ ਵਿੱਚ ਉਹਨਾਂ ਗਾਹਕਾਂ ਦੇ ਖਾਤਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਬਹੁਤ ਜ਼ਿਆਦਾ ਰਾਸ਼ੀ ਹੁੰਦੀ ਹੈ ਅਤੇ ਪੈਸੇ ਦਾ ਲੈਣ ਦੇਣ ਵੀ ਵੱਧ ਹੁੰਦਾ ਹੈ। ਚੌਥਾ ਪ੍ਰਸ਼ਨ ਹੈ ਐਂਟੀਵਾਇਰਸ ਸੌਫਟਵੇਅਰ ਬਾਰੇ ਸੰਖੇਪ ਜਾਣਕਾਰੀ ਦਿਓ। ਸੋ ਐਂਟੀਵਾਇਰਸ ਇੱਕ ਸੌਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਜਿਸ ਦੀ ਵਰਤੋਂ ਕੰਪਿਊਟਰ ਵਿੱਚ ਵਾਇਰਸ ਦਾ ਪਤਾ ਲਗਾਉਣ ਲਈ ਅਤੇ ਉਸ ਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ ਵਾਇਰਸ ਨੂੰ ਮਿਟਾਉਣ ਤੋਂ ਇਲਾਵਾ ਵੋਮ, ਟਰੋਜਨ ਅਤੇ ਐਡਵੇਅਰ ਨੂੰ ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਐਂਟੀਵਾਇਰਸ ਸੌਫਟਵੇਅਰ ਸਾਡੀਆਂ ਆਨਲਾਈਨ ਕਿਰਿਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫਾਈਲ ਡਾਊਨਲੋਡ ਨਹੀਂ ਕਰ ਰਹੇ। ਸੋ ਕੁਝ ਮੁੱਖ ਐਂਟੀਵਾਇਰਸ ਸਾਡੇ ਕੋਲ AVG, ਅਵੀਰਾ, ਮੈਕੈਫੇ, ਅਵਾਸਟ, ਨੋਟਨ ਅਤੇ ਕੁਇਕਹੇਲ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈਬ ਵਿੱਚ ਅੰਤਰ ਲਿਖੋ। ਸੋ ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ, ਜਦਕਿ ਇੰਟਰਨੈਟ ਦੀ ਦੁਨੀਆ ਵਿੱਚ ਵਰਲਡ ਵਾਈਡ ਵੈਬ ਉਹ ਸਥਾਨ ਜਾਂ ਸੂਚਨਾ ਪ੍ਰਣਾਲੀ ਹੈ ਜਿੱਥੇ ਇੰਟਰਨੈਟ ਨਾਲ ਜੁੜੇ ਸਾਰੇ ਵੈਬ ਸਰਵਰਾਂ ਦੇ ਵੈਬ ਐਡਰੈਸ ਅਤੇ ਵੱਖ-ਵੱਖ HTML ਵਿੱਚ ਬਣੇ ਦਸਤਾਵੇਜ਼ਾਂ ਦੇ ਲਿੰਕ ਸਟੋਰ ਹੁੰਦੇ ਹਨ। ਦੂਸਰਾ ਪੁਆਇੰਟ ਹੈ ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ, ਜਦਕਿ ਵਰਲਡ ਵਾਈਡ ਵੈਬ ਰਾਹੀਂ ਹੀ ਇੱਕ ਇਲੈਕਟ੍ਰੋਨਿਕ ਵਾਤਾਵਰਨ ਸਿਰਜਿਆ ਜਾਂਦਾ ਹੈ ਜਿਸ ਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ IT ਐਕਟ 2000 ਦੇ ਕੋਈ 4 ਉਦੇਸ਼ ਲਿਖੋ। ਸੋ ਇਸ ਦਾ ਪਹਿਲਾ ਉਦੇਸ਼ ਹੈ ਇਲੈਕਟ੍ਰੋਨਿਕ ਸੂਚਨਾ ਦੇ ਡਾਟਾ ਸੰਚਾਰ ਨੂੰ ਮਾਨਤਾ ਦੇਣਾ। ਦੂਸਰਾ ਹੈ ਡਾਟਾ ਜਾਂ ਸੂਚਨਾ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ। ਤੀਸਰਾ ਹੈ ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ। ਚੌਥਾ ਹੈ ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਕਾਨੂੰਨੀ ਢਾਂਚੇ ਦੀ ਵਿਵਸਥਾ ਕਰਨਾ। ਅਤੇ ਲਾਸਟ ਹੈ ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਨੀਤੀ ਨੂੰ ਮਾਨਤਾ ਦੇਣਾ। ਸੋ ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਸਾਈਬਰ ਹਮਲੇ ਕੀ ਹੁੰਦੇ ਹਨ। 5 ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਵਰਣਨ ਕਰੋ। ਸੋ ਇੰਟਰਨੈਟ ਦੀ ਵਰਤੋਂ ਨਾਲ ਜਿੱਥੇ ਹਰ ਖੇਤਰ ਦੇ ਕੰਮਕਾਜ ਵਿੱਚ ਤੇਜ਼ੀ ਆਈ ਹੈ, ਸਮੇਂ ਅਤੇ ਪੈਸੇ ਦੀ ਬਚਤ ਹੋ ਰਹੀ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਕਾਰਨ ਕਈ ਤਰ੍ਹਾਂ ਦੇ ਤਕਨੀਕੀ ਖਤਰੇ ਪੈਦਾ ਹੋ ਗਏ ਹਨ, ਜਿਨ੍ਹਾਂ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਬਰ ਖਤਰੇ ਜਾਂ ਹਮਲੇ ਕਿਹਾ ਜਾਂਦਾ ਹੈ। ਸੋ ਸਾਡੇ ਕੋਲ ਸਾਈਬਰ ਹਮਲਿਆਂ ਦਾ ਜਿਹੜਾ ਪਹਿਲਾ ਸਾਡੇ ਕੋਲ ਕਿਸਮ ਹੈ ਉਹ ਹੈ ਸਟਾਕਿੰਗ। ਸਟਾਕਿੰਗ ਸ਼ਬਦ ਦਾ ਅਰਥ ਹੁੰਦਾ ਹੈ ਪਿੱਛਾ ਕਰਨਾ ਜਾਂ ਪਿੱਛੇ ਪੈ ਜਾਣਾ। ਸਾਈਬਰ ਖਤਰਿਆਂ ਜਾਂ ਹਮਲਿਆਂ ਦੀ ਲੜੀ ਵਿੱਚ ਜਦੋਂ ਕੋਈ ਵਿਅਕਤੀ ਇੰਟਰਨੈਟ ਆਧਾਰਿਤ ਐਪਲੀਕੇਸ਼ਨ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਦੂਜੇ ਵਿਅਕਤੀ ਨੂੰ ਉਸ ਦੀ ਇੱਛਾ ਦੇ ਵਿਰੁੱਧ ਜਾ ਕੇ ਕੋਈ ਸੰਦੇਸ਼ ਜਾਂ ਹੋਰ ਕਿਸੇ ਕਿਸਮ ਦੀ ਅਣਉਚਿਤ ਸਮੱਗਰੀ ਭੇਜ ਕੇ ਪਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਸਟਾਕਿੰਗ
ਕਿਹਾ ਜਾਂਦਾ ਹੈ। ਦੂਸਰਾ ਸਾਈਬਰ ਹਮਲੇ ਦੀ ਕਿਸਮ ਹੈ ਪਾਇਰੇਸੀ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ 'ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਾਉਂਦਾ ਹੈ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਤੀਸਰਾ ਹੈ ਹੈਕਿੰਗ। ਸੋ ਹੈਕਿੰਗ ਦਾ ਮਤਲਬ ਹੈ ਕੰਪਿਊਟਰ ਸਿਸਟਮ ਦੀ ਕਿਸੇ ਕਮਜ਼ੋਰੀ ਨੂੰ ਲੱਭਣਾ ਅਤੇ ਉਸ ਕਮਜ਼ੋਰੀ ਦਾ ਲਾਭ ਲੈ ਕੇ ਕੰਪਿਊਟਰ ਦੇ ਮਾਲਕ ਨੂੰ ਬਲੈਕਮੇਲ ਕਰਨਾ। ਸੋ ਹੈਕਿੰਗ ਇੱਕ ਵਿਅਕਤੀ ਵੱਲੋਂ ਕੰਪਿਊਟਰ ਰਾਹੀਂ ਕੀਤੀ ਜਾਂਦੀ ਹੈ, ਜਿਸ ਨੂੰ ਹੈਕਰ ਜਾਂ ਅਣਅਧਿਕਾਰਿਤ ਵਿਅਕਤੀ ਕਿਹਾ ਜਾਂਦਾ ਹੈ, ਅਤੇ ਉਸ ਨੂੰ ਕੰਪਿਊਟਰ ਬਾਰੇ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਅਤੇ ਉਹ ਕੰਪਿਊਟਰ ਵਿੱਚੋਂ ਜਾਣਕਾਰੀ ਚੋਰੀ ਕਰਨ ਵਿੱਚ ਮਾਹਰ ਹੁੰਦੇ ਹਨ। ਹੈਕਿੰਗ ਇੱਕ ਸਾਈਬਰ ਅਪਰਾਧ ਹੈ, ਜਿਸ ਦੇ ਰਾਹੀਂ ਹੈਕਰ ਕਿਸੇ ਨਾ ਕਿਸੇ ਤਕਨੀਕ ਰਾਹੀਂ ਇੱਕ ਦੂਜੇ ਵਿਅਕਤੀ ਦੇ ਕੰਪਿਊਟਰ ਖਾਤੇ, ਵੈਬਸਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਆਈਡੀ ਨਾਲ ਛੇੜਛਾੜ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅੱਗੇ ਚੌਥਾ ਪੁਆਇੰਟ ਹੈ ਸਪੈਮਿੰਗ। ਸੋ ਕਿਸੇ ਵਿਅਕਤੀ ਨੂੰ ਇੱਕ ਹੀ ਵਿਸ਼ੇ ਨਾਲ ਸੰਬੰਧਿਤ ਬਾਰ-ਬਾਰ ਈਮੇਲ ਰਾਹੀਂ ਮੈਸੇਜ ਭੇਜਣਾ ਜਾਂ ਅਣਚਾਹੇ ਸੰਦੇਸ਼ ਜਾਂ ਵਿਗਿਆਪਨ ਭੇਜਣਾ ਸਪੈਮਿੰਗ ਅਖਵਾਉਂਦਾ ਹੈ। ਸੋ ਸਪੈਮਿੰਗ ਦਾ ਮੁੱਖ ਉਦੇਸ਼ ਯੂਜ਼ਰ ਦੇ ਕੰਪਿਊਟਰ ਦਾ ਡਾਟਾ ਚੋਰੀ ਕਰਨਾ ਹੁੰਦਾ ਹੈ, ਜਿਵੇਂ ਕਿ ਈਮੇਲ, ਫੇਸਬੁੱਕ ਅਤੇ ਵਟਸਐਪ ਉੱਪਰ ਸਭ ਤੋਂ ਜ਼ਿਆਦਾ ਸਪੈਮਿੰਗ ਹੁੰਦੀ ਹੈ। ਪੰਜਵਾਂ ਪੁਆਇੰਟ ਹੈ ਸਲੈਮੀ ਅਟੈਕ। ਸੋ ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਛਾਣ ਕਰਨਾ ਮੁਸ਼ਕਲ ਹੈ। ਸਲੈਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ-ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ, ਜਿਵੇਂ ਬੈਂਕ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਥੋੜ੍ਹੇ-ਥੋੜ੍ਹੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਅੱਗੇ ਸਾਡੇ ਕੋਲ ਦੂਜਾ ਵੱਡਾ ਆਪਰੇਸ਼ਨ ਹੈ ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਤਾਰ ਸਹਿਤ ਵਿਆਖਿਆ ਕਰੋ। ਸੋ ਸਾਈਬਰ ਹਮਲਿਆਂ ਦੇ ਜਿਹੜਾ ਪਹਿਲਾ ਕਾਰਨ ਹੈ ਇੰਟਰਨੈਟ ਤੱਕ ਆਸਾਨ ਪਹੁੰਚ। ਸੋ ਹਰੇਕ ਵਿਅਕਤੀ ਇੰਟਰਨੈਟ 'ਤੇ ਬਹੁਤ ਸਮਾਂ ਬਤੀਤ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆਂ ਰਾਹੀਂ ਇੰਟਰਨੈਟ ਸਾਂਝਾ ਕਰਦਾ ਹੈ, ਜਿਸ ਨਾਲ ਸਾਈਬਰ ਹਮਲਾਵਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਮੌਕਾ ਜਾਂ ਉਹਨਾਂ ਦਾ ਹੌਸਲਾ ਵੱਧਦਾ ਹੈ। ਦੂਸਰਾ ਹੈ ਤਕਨੀਕੀ ਜਾਣਕਾਰੀ ਦੀ ਘਾਟ। ਤਕਨੀਕੀ ਜਾਣਕਾਰੀ ਦੀ ਘਾਟ ਹੋਣ ਕਰਕੇ ਵਿਅਕਤੀ ਕਿਸੇ ਨਾ ਕਿਸੇ ਵੈਬਸਾਈਟ ਦੇ ਲਿੰਕ 'ਤੇ ਕਲਿੱਕ ਕਰਕੇ ਗੁਪਤ ਜਾਣਕਾਰੀ, ਜਿਵੇਂ ਡੈਬਿਟ ਕਾਰਡ, ਕ੍ਰੈਡਿਟ ਕਾਰਡ ਸੂਚਨਾ ਸਾਂਝੀ ਕਰਕੇ ਵੀ ਸਾਈਬਰ ਹਮਲੇ ਦਾ ਸ਼ਿਕਾਰ ਹੋ ਜਾਂਦਾ ਹੈ। ਤੀਸਰਾ ਇਸ ਦਾ ਪੁਆਇੰਟ ਹੈ ਸਿਕਿਉਰਿਟੀ ਅਤੇ ਪ੍ਰਾਈਵੇਸੀ ਦੀ ਸੁਚੱਜੀ ਵਰਤੋਂ ਨਾ ਕਰਨਾ। ਸੋ ਇੰਟਰਨੈਟ ਵਰਤੋਂਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਦੀ ਵਰਤੋਂ ਨਾ ਕਰਨ ਕਰਕੇ ਵੀ ਸਾਈਬਰ ਹਮਲਾਵਰ ਆਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤਿਆਂ ਨੂੰ ਆਸਾਨੀ ਨਾਲ ਵਰਤ ਲੈਂਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਚੌਥਾ ਹੈ ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ। ਸੋ ਅਪਰਾਧਿਕ ਬਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਕ ਹਿੱਤਾਂ ਨੂੰ ਪੂਰਾ ਕਰਨ ਲਈ ਸਾਈਬਰ ਹਮਲੇ ਦਾ ਸਹਾਰਾ ਲੈ ਰਹੇ ਹਨ, ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਪੰਜਵਾਂ ਹੈ IT ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ। ਸੋ ਸਾਈਬਰ ਹਮਲਿਆਂ ਦੇ ਵਧਣ ਦਾ ਮੁੱਖ ਕਾਰਨ ਬਹੁਤੇ ਲੋਕਾਂ ਨੂੰ IT ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਾ ਹੋਣਾ ਹੈ। ਇਸ ਅਗਿਆਨਤਾ ਕਰਕੇ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨੀਆ ਵਿੱਚ ਸ਼ਾਮਲ ਹੋ ਰਹੇ ਹਨ। ਤੀਸਰਾ ਵੱਡਾ ਆਪਰੇਸ਼ਨ ਹੈ ਮਾਲਵੇਅਰ ਤੋਂ ਕੀ ਭਾਵ ਹੈ। ਮਾਲਵੇਅਰ ਦੀਆਂ 5 ਕਿਸਮਾਂ ਦੀ ਵਿਆਖਿਆ ਕਰੋ। ਸੋ ਮਾਲਵੇਅਰ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਜਿਸ ਵਿੱਚ ਮਾਲ ਦਾ ਪੂਰਾ ਸ਼ਬਦ ਹੈ ਮੈਲੀਸ਼ੀਅਸ ਅਤੇ ਵੇਅਰ ਦਾ ਪੂਰਾ ਸ਼ਬਦ ਹੈ ਸੌਫਟਵੇਅਰ, ਅਤੇ ਦੋਨਾਂ ਸ਼ਬਦਾਂ ਦੇ ਸੁਮੇਲ ਦਾ ਛੋਟਾ ਰੂਪ ਹੈ ਮਾਲਵੇਅਰ। ਸੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦੂਸ਼ਿਤ ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ, ਜੋ ਕਿ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਕ ਬਿਰਤੀ ਦੇ ਲੋਕਾਂ ਵੱਲੋਂ ਬਣਾਏ ਜਾਂਦੇ ਹਨ ਅਤੇ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਜਾਂ ਖਰਾਬ ਕਰਦੇ ਹਨ। ਸੋ ਇਸ ਦੀ ਮਾਲਵੇਅਰ ਦੀ ਪਹਿਲੀ ਕਿਸਮ ਹੈ ਸਾਡੇ ਕੋਲ ਐਡਵੇਅਰ। ਐਡਵੇਅਰ ਉਹ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਐਡ ਆਨ ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਐਡਵੇਅਰ ਉਸ ਸਮੇਂ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ ਜਦੋਂ ਕਿਸੇ ਯੂਜ਼ਰ ਵੱਲੋਂ ਇੰਟਰਨੈਟ ਸਰਫਿੰਗ ਸਮੇਂ ਕਿਸੇ ਅਣਚਾਹੀ ਨਜ਼ਰ ਆ ਰਹੀ ਐਡ ਆਨ ਜਾਂ ਮਸ਼ਹੂਰੀ 'ਤੇ ਕਲਿੱਕ ਕੀਤਾ ਜਾਂਦਾ ਹੈ। ਦੂਸਰਾ ਇਸ ਦਾ ਕਿਸਮ ਹੈ ਰੈਂਸਮਵੇਅਰ। ਰੈਂਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਤੋਂ ਹੈ ਜੋ ਕਿ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲੌਕ ਕਰ ਦਿੰਦੇ ਹਨ ਅਤੇ ਉਸ ਤਰ੍ਹਾਂ ਦੇ ਸੌਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਵੱਲੋਂ ਕੰਪਿਊਟਰ ਨੂੰ ਅਨਲੌਕ ਕਰਨ ਦੇ ਬਦਲੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ। ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਨੂੰ ਰੈਂਸਮਵੇਅਰ ਕਿਹਾ ਜਾਂਦਾ ਹੈ। ਅੱਗੇ ਦੀ ਤੀਸਰੀ ਕਿਸਮ ਹੈ ਕੰਪਿਊਟਰ ਵਾਰਮ।
ਸੋ ਕੰਪਿਊਟਰ ਵਰਮ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਵੀ ਹੁੰਦੇ ਹਨ ਜੋ ਕਿ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੇ ਹਨ। ਕੰਪਿਊਟਰ ਵਰਮ ਕੰਪਿਊਟਰ ਦੀ ਪ੍ਰਣਾਲੀ ਨੂੰ ਹੌਲੀ-ਹੌਲੀ ਅੰਦਰੋਂ-ਅੰਦਰੀ ਘੁਣ ਵਾਂਗ ਦੂਸ਼ਿਤ ਕਰਦੇ ਹਨ ਅਤੇ ਇਹ ਅਸਲ ਫਾਈਲਾਂ ਨੂੰ ਛੁਪਾ ਕੇ ਵਾਇਰਸ ਦੀਆਂ ਫਾਈਲਾਂ ਨੂੰ ਉਸਦੀ ਥਾਂ ਤੇ ਵਿਖਾਉਂਦੇ ਹਨ ਅਤੇ ਇਹ ਆਪਣੇ ਆਪ ਨੂੰ ਦੁਹਰਾਉਂਦੇ ਰਹਿੰਦੇ ਹਨ। ਸੋ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਉਸਦੇ ਕੰਪਿਊਟਰ ਵਿੱਚ ਵਰਮ ਪ੍ਰੋਗਰਾਮ ਦਾਖਲ ਹੋ ਚੁੱਕਿਆ ਹੈ। ਜਦੋਂ ਤੱਕ ਇਸ ਬਾਰੇ ਪਤਾ ਚੱਲਦਾ ਹੈ ਉਦੋਂ ਤੱਕ ਕੰਪਿਊਟਰ ਖਰਾਬ ਹੋ ਚੁੱਕਿਆ ਹੁੰਦਾ ਹੈ। ਅੱਗੇ ਚੌਥਾ ਪੁਆਇੰਟ ਹੈ ਬਰਾਊਜ਼ਰ ਹੈਕਿੰਗ। ਸੋ ਬਰਾਊਜ਼ਰ ਹੈਕਿੰਗ ਜਾਂ ਹਾਈਜੈਕਿੰਗ ਸੌਫਟਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿ ਕਿਸੇ ਵੀ ਯੂਜ਼ਰ ਦੇ ਵੈਬ ਬਰਾਊਜ਼ਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਸਦੇ ਯੂਜ਼ਰ ਦੀ ਮਰਜ਼ੀ ਤੋਂ ਬਿਨਾਂ ਬਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ ਅਤੇ ਉਸ ਬਰਾਊਜ਼ਰ ਤੇ ਅਣਚਾਹੀਆਂ ਵੈਬਸਾਈਟਾਂ ਵੀ ਆਪਣੇ ਆਪ ਖੋਲ੍ਹਣ ਲਾ ਦਿੰਦੇ ਹਨ। ਸੋ ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬਰਾਊਜ਼ਰ ਹੈਕਿੰਗ ਜਾਂ ਬਰਾਊਜ਼ਰ ਹਾਈਜੈਕਿੰਗ ਕਿਹਾ ਜਾਂਦਾ ਹੈ। ਪੰਜਵਾਂ ਸਾਡੇ ਕੋਲ ਹੈ ਸਟੀਲਵੇਅਰ। ਸਟੀਲਵੇਅਰ ਉਹ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਤਰ੍ਹਾਂ ਦੀ ਜ਼ਰੂਰੀ ਸੂਚਨਾ ਨੂੰ ਚੋਰੀ ਕਰਨ ਜਾਂ ਉਸਦੀ ਥਾਂ ਬਦਲਣ ਲਈ ਬਣਾਏ ਜਾਂਦੇ ਹਨ। ਸਟੀਲਵੇਅਰ ਆਮ ਤੌਰ ਤੇ ਬੈਂਕਿੰਗ ਖੇਤਰ ਵਿੱਚ ਪੈਸੇ ਦੇ ਲੈਣ ਦੇਣ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆ ਤਾਂ ਕਿਸੇ ਜਾਣਕਾਰੀ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ, ਜਦਕਿ ਸਟੀਲਵੇਅਰ ਮਾਲਵੇਅਰ ਇਸ ਦੀ ਥਾਂ ਨੂੰ ਬਦਲ ਕੇ ਕਿਸੇ ਸਾਈਬਰ ਅਪਰਾਧੀ ਜਿਸਨੇ ਸੌਫਟਵੇਅਰ ਸਟੀਲਵੇਅਰ ਬਣਾਇਆ ਹੁੰਦਾ ਹੈ ਉਸ ਦੇ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਕਰ ਦਿੰਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸਾਈਬਰ ਸਪੇਸ ਕੀ ਹੁੰਦੀ ਹੈ। 5 ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਣਨ ਕਰੋ। ਸੋ ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਸੋ ਅੱਗੇ ਹੁਣ ਅਸੀਂ ਸਾਈਬਰ ਸੁਰੱਖਿਆ ਤਕਨੀਕ ਦੀ ਪਹਿਲੀ ਕਿਸਮ ਬਾਰੇ ਜਾਣ ਲੈਂਦੇ ਜੋ ਸਾਡੇ ਕੋਲ ਪ੍ਰਮਾਣੀਕਰਨ। ਪ੍ਰਮਾਣੀਕਰਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਅਧਿਕਾਰ ਹੁੰਦੇ ਹਨ ਕਿ ਕਿਸ ਨੂੰ ਉਸਦੇ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦਿੱਤੀ ਹੈ ਅਤੇ ਕਿਸ ਨੂੰ ਨਹੀਂ। ਪ੍ਰਮਾਣੀਕਰਨ ਸੁਰੱਖਿਆ ਤਕਨੀਕ ਰਾਹੀਂ ਸਿਰਫ ਉਹ ਵਿਅਕਤੀ ਹੀ ਇਸ ਕੰਪਿਊਟਰ ਨੂੰ ਵਰਤ ਸਕਦਾ ਹੈ ਜਿਸ ਨੂੰ ਇਸ ਕੰਪਿਊਟਰ ਸਿਸਟਮ ਦੇ ਮਾਲਕ ਵੱਲੋਂ ਪ੍ਰਮਾਣਿਕਤਾ ਦਿੱਤੀ ਗਈ ਹੋਵੇ। ਦੂਸਰਾ ਪੁਆਇੰਟ ਹੈ ਸਟਰੋਂਗ ਪਾਸਵਰਡ। ਕੰਪਿਊਟਰ ਸਿਸਟਮ ਪ੍ਰਣਾਲੀ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਦਾ ਆਸਾਨ ਅਤੇ ਸੌਖਾ ਤਰੀਕਾ ਆਪਣੀ ਹਰ ਤਰ੍ਹਾਂ ਦੀ ਆਈਡੀ ਅਤੇ ਖਾਤੇ ਲਈ ਸਟਰੋਂਗ ਪਾਸਵਰਡ ਦੀ ਵਰਤੋਂ ਕੀਤੀ ਜਾਵੇ। ਪਾਸਵਰਡ ਜਿੰਨਾ ਗੁੰਝਲਦਾਰ ਅਤੇ ਸਖਤ ਹੋਵੇਗਾ, ਹੈਕਰ ਲਈ ਇਸ ਪਾਸਵਰਡ ਨੂੰ ਬੁੱਝਣਾ ਜਾਂ ਚੋਰੀ ਕਰਨਾ ਉਨਾ ਹੀ ਔਖਾ ਹੋਵੇਗਾ। ਸੋ ਕਿਸੇ ਵੀ ਤਰ੍ਹਾਂ ਦੀ ਆਈਡੀ ਦੇ ਖਾਤੇ ਦਾ ਪਾਸਵਰਡ ਅੱਖਰ, ਨੰਬਰ ਜਾਂ ਵਿਸ਼ੇਸ਼ ਚਿੰਨ੍ਹ ਦੇ ਸੁਮੇਲ ਨਾਲ ਚੁਣ ਕੇ ਰੱਖਣਾ ਚਾਹੀਦਾ ਹੈ। ਤੀਸਰਾ ਹੈ ਸਾਡੇ ਕੋਲ ਇਨਕ੍ਰਿਪਸ਼ਨ। ਇਨਕ੍ਰਿਪਸ਼ਨ ਇੱਕ ਅਜਿਹੀ ਤਕਨੀਕ ਹੈ ਜਿਸ ਨੂੰ ਕਿਸੇ ਯੂਜ਼ਰ ਦੇ ਖਾਤੇ ਦੇ ਪਾਸਵਰਡ ਜਾਂ ਡਾਟੇ ਉੱਪਰ ਲਾਗੂ ਕੀਤਾ ਜਾਂਦਾ ਹੈ ਤਾਂ ਕਿ ਜਦੋਂ ਵੀ ਇਹ ਪਾਸਵਰਡ ਜਾਂ ਡਾਟਾ ਕਿਸੇ ਵੀ ਵੈਬਸਾਈਟ ਵਿੱਚ ਭਰਿਆ ਜਾਵੇ ਤਾਂ ਇਨਕ੍ਰਿਪਸ਼ਨ ਤਕਨੀਕ ਇਸ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦੇਵੇ ਅਤੇ ਇਸ ਨੂੰ ਕਿਸੇ ਲਈ ਸਮਝਣਾ ਔਖਾ ਹੋਵੇ। ਸੋ ਇਨਕ੍ਰਿਪਸ਼ਨ ਤਕਨੀਕ ਦੀ ਵਰਤੋਂ ਈਮੇਲ ਆਈਡੀ, ਪਾਸਵਰਡ ਜਾਂ ਆਨਲਾਈਨ ਬੈਂਕਿੰਗ ਦੇ ਪਾਸਵਰਡ ਤੇ ਲਾਗੂ ਕੀਤੀ ਜਾਂਦੀ ਹੈ। ਚੌਥਾ ਪੁਆਇੰਟ ਹੈ ਫਾਇਰਵਾਲ। ਫਾਇਰਵਾਲ ਕੰਪਿਊਟਰ ਸਿਸਟਮ ਵਿੱਚ ਵਰਤੀ ਜਾਣ ਵਾਲੀ ਇੱਕ ਸੁਰੱਖਿਆ ਤਕਨੀਕ ਹੈ ਜੋ ਕਿ ਹਰੇਕ ਕੰਪਿਊਟਰ ਵਿੱਚ ਕੰਪਿਊਟਰ ਨੈਟਵਰਕ ਨੂੰ ਮਾਲਵੇਅਰ, ਸਾਈਬਰ ਅਪਰਾਧੀ ਦੇ ਹਮਲੇ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਸੋ ਜਦੋਂ ਵੀ ਅਸੀਂ ਇੰਟਰਨੈਟ ਨਾਲ ਜੁੜਦੇ ਹਾਂ ਤਾਂ ਜੋ ਟ੍ਰੈਫਿਕ ਜਾਂ ਮਾਲਵੇਅਰ ਸਾਡੇ ਕੰਪਿਊਟਰ ਵੱਲ ਨੂੰ ਆਉਂਦੇ ਹਨ ਤਾਂ ਫਾਇਰਵਾਲ ਉਸ ਨੂੰ ਸਾਡੇ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਸੋ ਕੰਪਿਊਟਰ ਸਿਸਟਮ ਲਈ ਹਾਰਡਵੇਅਰ ਅਤੇ ਸੌਫਟਵੇਅਰ ਫਾਇਰਵਾਲ ਦੀ ਵਰਤੋਂ ਇਸ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਪੰਜਵਾਂ ਸਾਡੇ ਕੋਲ ਕਿਸਮ ਹੈ ਡਿਜੀਟਲ ਸਿਗਨੇਚਰ। ਸੋ ਡਿਜੀਟਲ ਸਿਗਨੇਚਰ ਇੱਕ ਡਿਜੀਟਲ ਕੋਡ ਹੈ ਜੋ ਕਿ ਇਲੈਕਟ੍ਰੋਨਿਕਲੀ ਟ੍ਰਾਂਸਫਰ ਹੋਣ ਵਾਲੇ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ ਜਿਸ ਦੇ ਨਾਲ ਭੇਜਣ ਵਾਲੇ ਦੀ ਪਛਾਣ ਹੁੰਦੀ ਹੈ। ਸੋ ਡਿਜੀਟਲ ਸਿਗਨੇਚਰ ਕ੍ਰਿਪਟੋਗ੍ਰਾਫੀ ਡਿਜੀਟਲ ਸਿਗਨਲ ਕ੍ਰਿਪਟੋਗ੍ਰਾਫੀ ਜੋ ਕਿ ਅਪਲਾਈਡ ਮੈਥਮੈਟਿਕਸ ਦੀ ਇੱਕ ਬ੍ਰਾਂਚ ਹੈ ਦੇ ਜ਼ਰੀਏ ਬਣਾਏ ਤੇ ਮਿਲਾਨ ਕੀਤੇ ਜਾਂਦੇ ਹਨ। ਡਿਜੀਟਲ ਸਿਗਨੇਚਰ ਲਈ 2 ਕੀਜ਼ ਵਰਤੀਆਂ ਜਾਂਦੀਆਂ ਹਨ, ਇੱਕ ਡਿਜੀਟਲ ਸਿਗਨੇਚਰ ਬਣਾਉਣ ਲਈ ਤੇ ਦੂਜੀ ਇਸ ਦਾ ਮਿਲਾਨ ਕਰਨ ਲਈ। ਸੋ ਡਿਜੀਟਲ ਸਿਗਨੇਚਰ ਹੱਥ ਰਾਹੀਂ ਕੀਤੇ ਗਏ ਸਿਗਨੇਚਰ ਵਾਂਗ ਹੁੰਦੇ ਹਨ ਪਰ ਹੱਥ ਰਾਹੀਂ ਕੀਤੇ ਸਿਗਨੇਚਰ ਜ਼ਿਆਦਾ ਭਰੋਸੇਮੰਦ ਅਤੇ ਸੁਰੱਖਿਅਤ ਨਹੀਂ ਹੁੰਦੇ ਜਦਕਿ ਡਿਜੀਟਲ ਸਿਗਨੇਚਰ ਭਰੋਸੇਯੋਗ ਅਤੇ ਸੁਰੱਖਿਅਤ ਹੁੰਦੇ ਹਨ। ਅੱਗੇ ਸਾਡੇ ਕੋਲ ਪੰਜਵਾਂ ਵੱਡਾ ਪ੍ਰਸ਼ਨ ਹੈ IT ਐਕਟ 2000 ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਤਾਂ ਭਾਰਤ ਵਿੱਚ ਸਾਈਬਰ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਚਨਾ ਤਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਅੰਦਰ ਲਿਆਉਣ ਅਤੇ ਇਸ ਦੀ ਵਰਤੋਂ ਨੂੰ ਤਰਕਸੰਗਤ ਬਣਾਉਣ ਲਈ ਭਾਰਤ ਦੀ ਕੇਂਦਰ ਸਰਕਾਰ ਨੇ IT ਐਕਟ 2000 ਪਾਸ ਕੀਤਾ ਅਤੇ ਇਸ ਨੂੰ ITA 2000 ਵੀ ਕਿਹਾ ਜਾਂਦਾ ਹੈ। ਇਹ ਐਕਟ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸ਼ੋਧ ਕਰਕੇ ਭਾਰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮੁੱਚਾ ਕੰਟਰੋਲ
ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੇ ਦਿੱਤਾ ਗਿਆ ਅਤੇ ਇਸ ਐਕਟ ਵਿੱਚ ਕੁਝ ਨਵੀਆਂ ਤਜਵੀਜ਼ਾਂ ਨੂੰ ਸ਼ਾਮਲ ਕਰ ਦਿੱਤਾ ਗਿਆ। ਸੋ IT ਐਕਟ ਦੀਆਂ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹੈ, ਜਿਸ ਵਿੱਚ ਪਹਿਲੀ ਹੈ ਇਸ ਐਕਟ ਵਿੱਚ ਡਿਜੀਟਲ ਸਿਗਨੇਚਰ ਨੂੰ ਮਾਨਤਾ ਦਿੱਤੀ ਗਈ ਹੈ। ਦੂਸਰਾ ਪੁਆਇੰਟ ਹੈ ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲੈਣ ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ। ਇਹ IT ਐਕਟ ਪੂਰਨ ਤੌਰ ਤੇ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ ਤੇ ਕਾਰਵਾਈ ਕਰਦਾ ਹੈ। ਇਸ ਐਕਟ ਵਿੱਚ ਸਰਕਾਰੀ ਦਫ਼ਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਖਿਲਾਫ ਸੁਣਵਾਈ ਸਿਰਫ ਸਰਵਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ। ਸੋ ਵਿਦਿਆਰਥੀਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।